ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ, ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਪੀ ਐਸ ਟੈਟ, ਸੀ ਟੈਟ, ਮਾਸਟਰ ਕੇਡਰ, ਐਨ ਟੀ ਡੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਚਾਈਲਡ ਡਿਵੈਲਪਮੈਂਟ ਦੇ ਜਿਹੜੇ ਹੈ 20 MCQ ਡਿਸਕਸ ਕਰਾਂਗੇ। ਸੋ ਵਿਦ MCQ ਹੋਣਗੇ ਵੀ ਮੀਨਸ ਕਿ ਆਪਸ਼ਨਸ ਵੀ ਵਿੱਚ ਹੋਣਗੀਆਂ, ਤਾਂ ਕਿ ਤੁਸੀਂ ਜਿਹੜੇ ਬਾਕੀ ਦੇ ਪੁਆਇੰਟਸ ਨੇ ਉਹਨਾਂ ਨੂੰ ਵੀ ਹੈ ਨਾ ਡਿਸਕਸ ਕਰ ਸਕੋ। ਸੋ ਇਸ ਤੋਂ ਪਹਿਲਾਂ 2 ਪਾਰਟ ਕੰਪਲੀਟ ਹੋ ਚੁੱਕੇ ਨੇ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਹੈ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਇੱਕ ਜਿਹੜਾ ਕੋਰਸ ਜਿਹੜਾ ਸ਼ੁਰੂ ਕੀਤਾ ਹੋਇਆ ਪੇਡ, ਸੋ ਇਹ ਵੀਡੀਓ ਜਿਹੜੀ ਹੈ ਅੱਜ ਦੀ ਸਾਰਿਆਂ ਕੋਲ ਹੀ ਸ਼ੋ ਹੋਵੇਗੀ। ਸੋ 500 ਰੁਪਏ ਦੇ ਵਿੱਚ ਜਿਹੜਾ ਪੇਡ ਆ ਉਹ ਗਰੁੱਪ ਸ਼ੁਰੂ ਕੀਤਾ ਹੋਇਆ, ਜਿਹਦੇ ਵਿੱਚ ਸਾਰੀਆਂ ਹੀ PDF ਤੇ ਸਾਰੇ ਹੀ ਸਬਜੈਕਟਾਂ ਦੇ ਜਿਹੜੇ ਨੋਟਸ ਨੇ ਉਹ ਅਵੇਲੇਬਲ ਨੇ। ਸੋ ਜੋ ਵੀ ਸਟੂਡੈਂਟ ਇੰਟਰਸਟਡ ਹੈ ਸੋ ਉਹ ਇਸ ਦੇ ਵਿੱਚ ਐਡ ਹੋ ਸਕਦਾ ਹੈ। ਸੋ ਨੈਕਸਟ ਵੀਡੀਓ ਜਿਹੜੀਆਂ ਨੇ ਉਹ ਪ੍ਰਾਈਵੇਟ ਹੋਣਗੀਆਂ। ਸੋ ਫਸਟ ਵੀਡੀਓ ਹੈ ਜਿਹੜੀ ਕਿ ਥਰਡ ਜਾਨੀ ਕਿ ਸਾਈਕੋ ਦੀ, ਠੀਕ ਹੈ, ਜਿਹਦੇ ਵਿੱਚ ਤੁਹਾਨੂੰ ਡਾਟਾ ਜਿਹੜਾ ਹੈ ਉਹ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ ਜੀ। ਸੋ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸੋ ਅੱਜ ਦੇ ਜਿਹੜੇ ਸੈਸ਼ਨ ਦੇ ਵਿੱਚ ਆਪਾਂ ਕੁਐਸਚਨ ਡਿਸਕਸ ਕਰਾਂਗੇ, ਸੋ ਇਹ ਸਾਰੇ ਹੀ ਇੰਗਲਿਸ਼ ਦੇ ਵਿੱਚ ਹੋਣਗੇ, ਠੀਕ ਹੈ। ਬਟ ਤੁਸੀਂ ਘਬਰਾਉਣਾ ਨਹੀਂ ਹੈ, ਤੁਸੀਂ ਸੁਣਦੇ ਜਾਣਾ ਹੈ, ਕਿਉਂਕਿ ਮੈਂ ਨਾਲ ਨਾਲ ਤੁਹਾਨੂੰ ਉਹਦੀ ਪੰਜਾਬੀ ਵੀ ਦੱਸਾਂਗਾ ਕਿ ਪੰਜਾਬੀ ਦੇ ਵਿੱਚ ਉਸ ਦਾ ਕੀ ਮੀਨਿੰਗ ਬਣਦਾ ਹੈ, ਠੀਕ ਹੈ। ਸੋ ਕੋਸ਼ਿਸ਼ ਕਰਾਂਗੇ ਜੇਕਰ ਜ਼ਿਆਦਾ ਲੋੜ ਪਈ ਤਾਂ ਇਸ ਨੂੰ ਆਪਾਂ ਪੰਜਾਬੀ ਦੇ ਵਿੱਚ ਵੀ ਨਾਲ ਕਨਵਰਟ ਕਰ ਲਵਾਂਗੇ। ਨਹੀਂ ਸਾਡਾ ਜਿਹੜਾ ਹੈ ਇੰਗਲਿਸ਼ ਦੇ ਵਿੱਚ ਕਿਸੇ ਨੂੰ ਜੇ ਪ੍ਰੋਬਲਮ ਨਾ ਆਈ ਤਾਂ ਆਪਾਂ ਇਸੇ ਤਰੀਕੇ ਦੇ ਨਾਲ ਚੱਲ ਦੇਵਾਂਗੇ, ਕਿਉਂਕਿ ਤੁਹਾਨੂੰ ਜਿਹੜਾ ਹੈ ਪੰਜਾਬੀ ਦੇ ਵਿੱਚ ਮੈਂ ਦੱਸਦਾ ਰਹਾਂਗਾ, ਠੀਕ ਹੈ। ਔਰ ਤੁਸੀਂ ਜਿਹਦੇ ਨਾਲ ਕਲਾਸ ਦੇਖੋਗੇ ਔਰ ਉਸ ਤੋਂ ਬਾਅਦ ਤੁਸੀਂ ਜਿਹੜਾ PDF ਤੋਂ ਉਸ ਦੀ ਰਿਵੀਜ਼ਨ ਕਰ ਲੈਣੀ ਹੈ ਕਿ ਕੀ ਕਹਿਣਾ ਚਾਹੁੰਦੇ ਹੈ। ਐਕਚੁਅਲ ਦੇ ਵਿੱਚ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਮੈਂ ਸਮਝਾ ਕੀ ਰਿਹਾ ਹਾਂ, ਇਸ ਤੋਂ ਬਾਅਦ ਤੁਸੀਂ ਉਸਨੂੰ ਆਟੋਮੈਟਿਕਲੀ ਜਿਹੜਾ ਹੈ ਸੋਲਵੇਟ ਕਰ ਲਵੋਗੇ, ਠੀਕ ਹੈ ਜੀ। ਤਾਂ ਘਬਰਾਉਣਾ ਨਹੀਂ ਹੈ ਕਿ ਇੰਗਲਿਸ਼ ਹੈ, ਕੋਸ਼ਿਸ਼ ਕਰਨੀ ਹੈ, ਠੀਕ ਹੈ। ਅਗਰ ਫਿਰ ਵੀ ਕੋਈ ਜ਼ਿਆਦਾ ਦਿੱਕਤ ਲੱਗੀ ਤਾਂ ਮੈਂ ਨਾਲ ਜਿਹੜੀ ਹੈ ਪੰਜਾਬੀ ਅਟੈਚ ਕਰ ਦੇਵਾਂਗਾ। ਸੋ 2 ਲੈਂਗੁਏਜ ਦੇ ਵਿੱਚ ਜਿਹੜਾ ਕਨਵਰਟ ਕਰਨ ਲਈ ਕਾਫੀ ਮਿਹਨਤ ਲੱਗਦੀ ਹੈ, ਸਮਾਂ ਥੋੜ੍ਹਾ ਹੈ, ਫਿਰ ਬਾਕੀ ਦੀਆਂ ਕਲਾਸਾਂ ਜਿਹੜੀਆਂ ਉਹ ਰਹਿ ਜਾਂਦੀਆਂ ਨੇ। ਸੋ ਇਸ ਕਰਕੇ ਇੱਕ ਮੈਥਡ ਜਿਹੜਾ ਹੈ ਉਹ ਚੂਜ਼ ਕੀਤਾ ਹੈ। ਓਕੇ ਜੀ, ਤਾਂ ਸ਼ੁਰੂ ਕਰਦੇ ਹਾਂ। ਫਸਟ ਕੁਐਸਚਨ ਹੈ ਦ ਬੈਸਟ ਮੈਥਡ ਟੂ ਸਟੱਡੀ ਗਰੋਥ ਐਂਡ ਡਿਵੈਲਪਮੈਂਟ ਆਫ ਦਾ ਚਾਈਲਡ। ਸੋ ਇਹਨਾਂ ਨੇ ਪੁੱਛਿਆ ਹੈ ਕਿ ਇਹਨਾਂ ਦੇ ਵਿੱਚੋਂ ਕਿਹੜਾ ਬੈਸਟ ਮੈਥਡ ਹੈ ਜਿਹਦੇ ਨਾਲ ਇੱਕ ਬੱਚੇ ਦੀ ਅਸੀਂ ਗਰੋਥ ਨੂੰ ਸਮਝ ਸਕੀਏ ਅਤੇ ਡਿਵੈਲਪਮੈਂਟ ਨੂੰ ਸਮਝ ਸਕੀਏ, ਠੀਕ ਹੈ। ਵਾਧਾ ਅਤੇ ਵਿਕਾਸ ਦੋਨਾਂ ਨੂੰ ਸਮਝ ਸਕੀਏ ਇੱਕ ਬੱਚੇ ਦੀ, ਤਾਂ ਇਹਦੇ ਲਈ ਸਭ ਤੋਂ ਬੈਸਟ ਮੈਥਡ ਕਿਹੜਾ ਹੋਊਗਾ। ਆਪਸ਼ਨ ਇੱਕ ਹੈ ਸਾਈਕਲੋਨਿਸਟਿਕ ਮੈਥਡ, ਦੂਸਰਾ ਹੈ ਕੰਪੈਰੇਟਿਵ ਮੈਥਡ, ਤੀਸਰਾ ਹੈ ਜੀ ਡਿਵੈਲਪਮੈਂਟ ਮੈਥਡ ਅਤੇ ਆਪਸ਼ਨ 4 ਹੈ ਜੀ ਸਟੈਟਿਕਲ ਮੈਥਡ। ਤਾਂ ਗੱਲ 4 ਮੈਥਡਾਂ ਦੀ ਹੋ ਗਈ ਆ। ਆਪਾਂ ਚੁਣਨਾ ਹੈ ਕਿ ਗਰੋਥ ਅਤੇ ਡਿਵੈਲਪਮੈਂਟ ਨੂੰ ਮਾਇਰ ਕਰਨ ਦੇ ਲਈ ਸਭ ਤੋਂ ਬੈਸਟ ਮੈਥਡ ਕਿਹੜਾ ਰਹੇਗਾ। ਸੋ ਸਾਈਕਲੋਨਸ ਦੇ ਵਿੱਚ ਜਿਹੜਾ ਹੈ ਮਾਨਸਿਕ ਤੌਰ ਦੇ ਉੱਪਰ ਇਕੱਲੇ ਅਸੀਂ ਸਟੱਡੀ ਕਰ ਪਾਵਾਂਗੇ। ਕੰਪੈਰੇਟਿਵ ਦੇ ਵਿੱਚ ਅਸੀਂ 2 ਚੀਜ਼ਾਂ ਨੂੰ ਜਿਹੜਾ ਹੈ ਨਾ ਤੁਲਨਾਤਮਕ ਅਧਿਐਨ ਕਰ ਪਾਵਾਂਗੇ ਕਿ ਇੱਕ ਵੱਧ ਰਿਹਾ ਹੈ ਜਾਂ ਇੱਕ ਕਹਿ ਸਕਦੇ ਹਾਂ ਘਟ ਰਿਹਾ ਹੈ, ਇਹ ਚੀਜ਼ ਹੋ ਜਾਵੇਗੀ। ਸਟੈਟਿਕਲ ਦੇ ਵਿੱਚ ਅਸੀਂ ਇਹ ਦੇਖ ਸਕਾਂਗੇ ਏਜ ਕਿੰਨੀ ਹੈ ਜਾਂ ਵਾਧਾ ਕਿੰਨਾ ਹੋ ਰਿਹਾ ਹੈ, ਕਿਲੋਆਂ ਦੇ ਵਿੱਚ ਮਾਪ ਸਕਦੇ ਹਾਂ, ਠੀਕ ਹੈ। ਬਟ ਇਹਨਾਂ ਦੇ ਵਿੱਚੋਂ ਸੀ ਆਨਸਰ ਜਿਹੜਾ ਹੈ ਡਿਵੈਲਪਮੈਂਟ ਜਿਹੜਾ ਹੈ, ਜਿਹਨੂੰ ਅਸੀਂ ਡਿਵੈਲਪਮੈਂਟ ਮੈਥਡ ਕਹਿੰਦੇ ਹਾਂ, ਇਹ ਇੱਕ ਸਹੀ ਮੈਥਡ ਹੈ, ਬੈਸਟ ਮੈਥਡ ਹੈ, ਜਿਹਦੇ ਨਾਲ ਕੀ ਹੈ ਅਸੀਂ ਬੱਚੇ ਦੀ ਗਰੋਥ ਨੂੰ ਵੀ ਸਮਝ ਸਕਦੇ ਹਾਂ, ਠੀਕ ਹੈ, ਕਿ ਉਹਦੇ ਵਿੱਚ ਜਿਹੜਾ ਵਾਧਾ ਹੈ ਉਹ ਕਿੰਨਾ ਹੋਇਆ ਹੈ ਅਤੇ ਨਾਲ ਹੀ ਡਿਵੈਲਪਮੈਂਟ ਜਿਹੜੀ ਹੈ ਮੀਨਸ ਵਿਕਾਸ ਜਿਹੜਾ ਹੈ ਉਹ ਕਿੰਨਾ ਹੋ ਚੁੱਕਿਆ ਹੈ, ਕਿੰਨਾ ਹੋਣ ਦੀ ਸੰਭਾਵਨਾ ਰਹੂਗੀ, ਕਿੰਨੀ ਸਪੀਡ ਨਾਲ ਬੱਚਾ ਜਿਹੜਾ ਗਰੋਥ ਕਰ ਪਵੇਗਾ ਜਾਂ ਡਿਵੈਲਪਮੈਂਟ ਕਰ ਪਵੇਗਾ। ਇਹ ਅਸੀਂ ਕਿਹੜੇ ਮੈਥਡ ਨਾਲ ਜਾਣ ਸਕਾਂਗੇ, ਡਿਵੈਲਪਮੈਂਟ ਮੈਥਡ ਦੇ ਨਾਲ, ਠੀਕ ਹੈ। ਵਾਧੇ ਦੇ ਨਾਲ ਜਿਹੜਾ ਕਹਿ ਸਕਦੇ ਹਾਂ, ਵਿਕਾਸਾਤਮਕ ਜਿਹੜਾ ਕਹਿ ਸਕਦੇ ਹਾਂ ਮੈਥਡ ਹੈ, ਇਹ ਸਭ ਤੋਂ ਬੈਸਟ ਮੈਥਡ ਹੈ ਜਿਹਦੇ ਨਾਲ ਗਰੋਥ ਅਤੇ ਡਿਵੈਲਪਮੈਂਟ ਦੋਨੋਂ ਅਸੀਂ ਸਟੱਡੀ ਕਰ ਸਕਦੇ ਹਾਂ, ਠੀਕ ਹੈ ਜੀ। ਵੈਰੀ ਵੈਰੀ ਇੰਪੋਰਟੈਂਟ ਹੈ। ਨੈਕਸਟ ਹੈ ਜੀ ਸੈਕੰਡ ਕੁਐਸਚਨ, ਸੋਸ਼ਲਾਈਜੇਸ਼ਨ ਇਜ਼ ਦਾ ਪ੍ਰੋਸੈਸ ਬਾਈ ਵਿਚ ਚਿਲਡਰਨ ਐਂਡ ਅਡਲਟਸ ਲਰਨ ਫਰੋਮ। ਸੋ ਪੁੱਛਿਆ ਗਿਆ ਹੈ ਕਿ ਸਮਾਜੀਕਰਨ ਦਾ ਇੱਕ ਪ੍ਰੋਸੈਸ ਹੈ ਜਿਹਦੇ ਵਿੱਚੋਂ ਬੱਚੇ ਅਤੇ ਅਡਲਟਸ ਜਿਹੜੇ ਹੈਗੇ ਨੇ, ਜਵਾਨ ਜਿਹੜੇ ਆ ਉਹ ਲਰਨ ਕਰਦੇ ਨੇਗੇ ਕਿੱਥੋਂ, ਠੀਕ ਹੈ। ਸਮਾਜੀਕਰਨ ਇੱਕ ਪ੍ਰਕਿਰਿਆ ਹੈ, ਇਹਦੇ ਵਿੱਚ ਬੱਚੇ ਅਤੇ ਅਡਲਟ ਦੋਨੋਂ ਹੀ ਸਿੱਖਦੇ ਹੈਗੇ ਨੇ। ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਦੇ ਵਿੱਚੋਂ ਉਹ ਸਿੱਖਦੇ ਹੈਗੇ ਨੇਗੇ। ਸੋ ਹੈ ਪਹਿਲਾ ਫੈਮਿਲੀ ਦੇ ਵਿੱਚੋਂ ਸਿੱਖਦੇ ਆ ਉਹ, ਦੂਸਰਾ ਹੈ ਜੀ ਸਕੂਲ ਦੇ ਵਿੱਚੋਂ ਸਿੱਖਦੇ ਆ, ਤੀਸਰਾ ਹੈ ਜੀ ਪੀਅਰਸ ਜਿਹੜੇ ਗਰੁੱਪ ਹੁੰਦੇ ਨੇ ਉਹਨਾਂ ਤੋਂ ਸਿੱਖਦੇ ਆ, ਅਤੇ ਚੌਥਾ ਹੈ ਆਲ ਆਫ ਦੀਜ਼। ਤਾਂ ਆਪਾਂ ਸੁਭਾਵਿਕ ਜੀ ਗੱਲ ਹੈ, ਸੋਸ਼ਲਾਈਜੇਸ਼ਨ ਹੈ, ਸੋਸ਼ਲਾਈਜੇਸ਼ਨ ਵਿੱਚ ਸਮਾਜੀਕਰਨ, ਠੀਕ ਹੈ। ਇੱਕ ਬੱਚੇ ਦਾ ਸਮਾਜੀਕਰਨ ਹੁੰਦਾ ਹੈ, ਠੀਕ ਹੈ। ਇਹਦੇ ਵਿੱਚ ਬੱਚਾ ਜਿਹੜਾ ਹੈ
ਉਹ ਵੀ ਉਸਦਾ ਵੀ ਸਮਾਜੀਕਰਨ ਹੁੰਦਾ ਹੈ, ਅਤੇ ਅਡਲਟ ਜਿਹੜਾ ਹੈ ਯਾਨੀ ਕਿ ਜਵਾਨ ਵਿਅਕਤੀ ਜਿਹੜਾ ਹੈ ਉਹਦਾ ਵੀ ਸਮਾਜੀਕਰਨ ਹੁੰਦਾ ਹੈ। ਤਾਂ ਇਹ ਜਿਹੜਾ ਸਮਾਜੀਕਰਨ ਦਾ ਕੰਸੈਪਟ ਹੈ, ਇਹ ਬੱਚਾ ਹੋਵੇ ਤੇ ਚਾਹੇ ਅਡਲਟ ਹੋਵੇ, ਉਹ ਕਿੱਥੋਂ ਅਡਾਪਟ ਕਰਦਾ ਹੈ, ਕਿੱਥੋਂ ਸਿੱਖਦਾ ਹੈ, ਕੁਐਸਚਨ ਇਹ ਸੀਗਾ। ਓਕੇ, ਤਾਂ ਸਮਾਜੀਕਰਨ ਜਿਹੜਾ ਹੈ ਉਹ ਫੈਮਿਲੀ ਦੇ ਵਿੱਚੋਂ ਸਿੱਖਿਆ ਜਾਂਦਾ ਹੈ, ਜਿੱਥੋਂ ਭਾਸ਼ਾ ਸਿੱਖੀ ਜਾਂਦੀ ਹੈ, ਹੋਰ ਬਹੁਤ ਸਾਰੀਆਂ ਐਕਟੀਵਿਟੀ ਸਿੱਖੀਆਂ ਜਾਂਦੀਆਂ ਨੇ। ਦੂਸਰਾ ਹੈ ਸਕੂਲ, ਸਕੂਲ ਦੇ ਵਿੱਚ ਬੱਚਿਆਂ ਨਾਲ ਅਟੈਚ ਹੁੰਦਾ ਹੈ, ਟੀਚਰਾਂ ਤੋਂ ਬਹੁਤ ਕੁਝ ਸਿੱਖਦਾ ਹੈ, ਡਿਸਪਲਿਨ ਦੇ ਵਿੱਚ ਰਹਿਣਾ ਸਿੱਖਦਾ ਹੈ, ਠੀਕ ਹੈ। ਤੀਸਰਾ ਹੈ ਪੀਅਰਸ, ਜਿਹੜੇ ਗਰੁੱਪ ਨੇ, ਸਾਥੀ ਨੇ ਜਿਹੜੇ ਉਸਦੇ, ਉਸ ਤੋਂ ਬਹੁਤ ਕੁਝ ਸਿੱਖਦਾ ਹੈ। ਫਰੈਂਡਸ ਮੀਨਸ, ਇਹ ਤਿੰਨੋਂ ਚੀਜ਼ਾਂ ਮਿਲ ਕੇ ਜਿਹੜਾ ਕਹਿ ਸਕਦੇ ਹਾਂ ਇੱਕ ਬੱਚੇ ਦਾ, ਇੱਕ ਅਡਲਟ ਦਾ ਜਿਹੜਾ ਕਹਿ ਸਕਦੇ ਹਾਂ ਡਿਵੈਲਪਮੈਂਟ ਕਰਦੀ ਹੈ, ਸੋਸ਼ਲਾਈਜੇਸ਼ਨ ਦੀ, ਸਮਾਜੀਕਰਨ ਕਰਦੀ ਹੈ। ਤਾਂ ਇਸੇ ਕਰਕੇ ਇਸ ਦਾ ਆਨਸਰ ਜਿਹੜਾ ਉਹ ਡੀ ਰਹੂਗਾ ਜੀ। ਆਲ ਆਫ ਦੀਜ਼ ਕਿਹਾ ਜਾਊਗਾ, ਯਾਨੀ ਕਿ ਸਮਾਜੀਕਰਨ ਦੀ ਪ੍ਰਕਿਰਿਆ ਦੇ ਵਿੱਚ ਇੱਕ ਬੱਚੇ ਤੇ ਅਡਲਟ ਦੇ ਵਿੱਚ ਪ੍ਰਮੁੱਖ ਰੋਲ ਅਦਾ ਕਰਦੀਆਂ ਨੇ ਫੈਮਿਲੀ, ਸਕੂਲ ਅਤੇ ਪੀਅਰ। ਤਿੰਨਾਂ ਤੋਂ ਹੀ ਜਿਹੜਾ ਹੈ ਸਿੱਖਿਆ ਜਾਂਦਾ ਹੈ, ਤਿੰਨਾਂ ਤੋਂ ਹੀ ਸਮਾਜੀਕਰਨ ਦਾ ਵਿਕਾਸ ਹੁੰਦਾ ਹੈਗਾ ਗਾ। ਨੈਕਸਟ ਹੈ ਜੀ ਥਰਡ ਨੰਬਰ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਟਰੂ ਸਟੇਟਮੈਂਟ ਕੋਰਸਪੋਂਡਿੰਗ ਟੂ ਦਾ कैपिटल्स प्रिंसिपल ऑफ द चाइल्ड डिवेलपमेंट। सो इसकी प्रोनाउंसिएशन थोड़ी जी अजीब जी है, ठीक है, एडजस्ट कर लियो। सो ये पूछा गया है जी, इन्हां दे विचों चाइल्ड डिवेलपमेंट की जिहड़ी कह सकते हैं बच्चे के विकास के नाल संबंधित सिद्धांत दिता गया है, किहड़ा ट्रू इन्हां दे विचों जिहड़ा कि इस प्रोसैस दे नाल जुड़िया होया है, कैपो हाल्ड कैपिटल्स, ठीक है। सो ये नाल जुड़िया होया। सो प्रोनाउंसिएशन प्लीज़ मैसेज वगैरह ना करो कि गलत आई है, बट एडजस्ट कर लियो। ओके, सो पहला है डेवलपमेंट इज फ्रॉम हेड टू फुट, ये दो कंसेप्ट नेंगे, ठीक है। दूसरा है डेवलपमेंट इज फ्रॉम फुट टू हेड, और तीसरा कंसेप्ट है डेवलपमेंट इज फ्रॉम मिडल टू पेरिफेरी, और लास्ट है ऑल ऑफ दीज। सो तिन्ने ही मेथड ने के पूछा गया है। एक बच्चे का विकास होंदा है अते विकास के नाल संबंधित तीन सिद्धांत ने। एक सिद्धांत दे विच जिहड़ा है बच्चा सिर तो पैर वल दे वधदा है, दूसरे सिद्धांत दे विच बच्चा पैर तो सिर वल वधदा है, तीसरे सिद्धांत दे विच मिडल यानी कि रीढ़ की हड्डी तो जां धुन्नी तो कह सकते हाँ बच्चे का विकास होंदा हैगा गा। ये तीन सिद्धांत नेगे जिहदे नाल एक बच्चे का विकास होंदा हैगा गा। सरीरक विकास की गल हो रही है, ओके, ये भी याद रखना। तो आप दसना है कैपिटल्स जिहड़ा है इस प्रिंसीपल के अकॉर्डिंग बच्चे का विकास किमें होऊगा। तो इस प्रिंसीपल के अकॉर्डिंग बच्चे का विकास कितों होऊगा, सिर तो फुट दे वल यानी कि सिर तो पैरां दे वल होऊगा। सिर तो पैरां वल नूं बच्चे का जिहड़ा विकास हुंदा हैगा जी, ठीक है, सिर तो पैरां वल नूं किहड़े अकॉर्डिंग जी, कैपिटल्स जिहड़ा मैथड है, सॉरी प्रिंसीपल है जिहड़ा कि चाइल्ड डिवेलपमेंट के लिए जरूरी है। कुछ सिद्धांत ने है ना, उन्हां दे आधार के उपर पहला जिहड़ा है डेवलपमेंट इज फ्रॉम हेड टू फुट जिहड़ा है उसनूं कहंदा है कैपहॉल कैड्यूल्स प्रिंसीपल। नैक्सट है चौथा जी, डिटर्मिनेट्स ऑफ द इंडिविजुअली डिफरेंस इन ह्यूमन बीइंग रिलेटेड टू। डिटर्मिनेट दसे ने किहड़े निर्धारत ने जिहड़े कि इंडिविजुअली डिफरेंस इन ह्यूमनस बीइंग रिलेटेड। सो व्यक्तिगत भिन्नता दे नाल संबंधित किहड़े डिटर्मिनेट ने जी निर्धारित करते हैं जिहड़े उन्हां नूं। पहला है डिफरेंस इन एनवायरमेंट, दूसरा है डिफरेंस इन हेरिडिटी, तीसरा है इंट्रैक्शन बिटवीन हेरिडिटी एंड एनवायरमेंट, और चौथा है बोथ हेरिडिटी एंड एनवायरमेंट इंट्रैक्टिंग सेपरेटली मतलब अलग तो गल की है। इसी गल करें असी व्यक्तिगत भिन्नता की। इंडिविजुअली डिफरेंस का मतलब है व्यक्तिगत भिन्नता। इंडिविजुअली डिफरेंस के अकॉर्डिंग यानी कि व्यक्तिगत भिन्नता की डेफिनेशन की गल करिए तो यदा मतलब है कि हर एक व्यक्ति, हर एक परसन जिहड़ा है वो दूसरे परसन तो ਵੱਖ ਹੁੰਦਾ है। संसार ਦੇ ਵਿੱਚ कोई भी परसन ਇਹੋ ਜਿਹਾ नहीं है ਜਿਹੜਾ एक परसन दूजी परसन ਦੇ ਨਾਲ ਮਿਲਦਾ ਹੋਵੇ। ਉਹਦੇ ਵਿੱਚ कोई ना कोई ਕਿਸੇ ਨਾ ਕਿਸੇ ਤਰੀਕੇ ਦਾ डिफरेंस ਜਿਹੜਾ है वो ਜ਼ਰੂਰ ਦੇਖਣ ਨੂੰ ਮਿਲਦਾ है। ਉਸੇ ਚੀਜ਼ ਨੂੰ ਕਿਹਾ ਜਾਂਦਾ है इंडिविजुअली डिफरेंस, ठीक है। तो इत्थे गल की गई है कि इंडिविजुअली डिफरेंस के नाल संबंधित डिटरमीनेट किहड़ा है जिहड़ा उहदे नाल रिलेटेड है, जिहड़ा कि घोषित करता है कि एक बच्चा दूसरे बच्चे तो जिहड़ा है डिफरेंट होवेगा, ठीक है, जां एक इंसान दूसरे इंसान तो डिफरेंट होवेगा। ये किहड़ा डिटरमिनेट है, किहड़ा कारण है। इत्थे गल की है एनवायरमेंट की कि एनवायरमेंट कारण करके एक बच्चा दूजे बच्चे तो वक् होंदा है, जां फिर हैरीडिट दे करके होंदा है कि एक बच्चा दूजे तो वक् होंदा है, जां फिर इन्होंने गल की है इंट्रैक्शन बिटवीन हैरीडिटी एंड एनवायरमेंट। तो दोनों की गल की है, ठीक है, तो दोनों की गल की है। और तीसरा है बोथ हैरीडिटी एंड एनवायरमेंट इंट्रैक्टिंग सेपरेटली यानी कि अलग अलग जिहड़ा रोल अदा करते हैं नेगे जिहदे नाल एक बच्चा दूजे बच्चे तो भिन्न हो जाता है। बट इसका राइट आंसर है सी, इंट्रैक्शन बिटवीन हैरीडिटी
ਐਂਡ ਇਨਵਾਇਰਮੈਂਟ, ਇਹ ਦੋਨੋਂ ਚੀਜ਼ਾਂ ਜਿਹੜੀਆਂ ਮਿਲ ਕੇ ਇੱਕ ਬੱਚੇ ਨੂੰ ਵੱਖ-ਵੱਖ ਤਰੀਕੇ ਦਾ ਬਣਾਉਂਦੇ ਹੈਗੇ ਨੇ। ਇਸੇ ਕਾਰਨ ਕਰਕੇ ਹਰ ਇਨਸਾਨ ਦੂਸਰੇ ਇਨਸਾਨ ਤੋਂ ਵੱਖਰਾ ਹੁੰਦਾ ਹੈ। ਉਹਦੇ ਉੱਪਰ ਹੈਰੀਡਿਟੀ ਦਾ ਹੀ ਪ੍ਰਭਾਵ ਹੁੰਦਾ ਹੈ, ਆਪਣੇ ਪੇਰੈਂਟਸ ਦਾ, ਆਪਣੇ ਵੰਸ਼ ਦਾ ਜਿਹੜਾ ਪ੍ਰਭਾਵ ਹੁੰਦਾ ਹੈ, ਜਿਹਦੇ ਕਰਕੇ ਉਹ ਦੂਸਰਿਆਂ ਦੇ ਨਾਲੋਂ ਵੱਖ ਹੁੰਦਾ ਹੈ। ਦੂਸਰਾ ਉਸਦੇ ਉੱਪਰ ਐਨਵਾਇਰਮੈਂਟ, ਵਾਤਾਵਰਨ ਜਿਹੜਾ ਹੈ ਉਹ ਕਿਹੋ ਜਿਹੇ ਐਨਵਾਇਰਮੈਂਟ ਦੇ ਵਿੱਚ ਰਹਿੰਦਾ ਹੈ, ਇਹ ਚੀਜ਼ ਵੀ ਮਾਇਨੇ ਰੱਖਦੀ ਹੈ। ਇਸੇ ਕਾਰਨ ਕਰਕੇ ਹੀ ਇੱਕ ਬੱਚਾ ਦੂਸਰੇ ਬੱਚੇ ਤੋਂ ਡਿਫਰੈਂਸ ਹੁੰਦਾ ਹੈ। ਅਤੇ ਇਹਦੇ ਲਈ ਜਿਹੜਾ ਹੈ ਡਿਟਰਮੀਨੇਟ ਹੈ ਉਹ ਹੈਰੀਡਿਟੀ ਐਂਡ ਐਨਵਾਇਰਮੈਂਟ ਹੈ। ਇਹਦੀ ਇੰਟਰੈਕਸ਼ਨ ਹੈਗੀ ਆ ਦੋਨਾਂ ਦੇ ਵਿਚਕਾਰ, ਦੋਨੋਂ ਮਿਲ ਕੇ ਜਿਹੜਾ ਕਹਿ ਸਕਦੇ ਹਨ ਬੱਚੇ ਦੇ ਉੱਪਰ ਪ੍ਰਭਾਵ ਪਾਉਂਦੇ ਨੇ। ਬਟ ਇੱਥੇ ਦੱਸਿਆ ਹੋਇਆ ਜਿਹੜਾ ਡੀ ਵਾਲਾ, ਤੁਸੀਂ ਕਹੋਗੇ ਕਿ ਬੂਥ ਵਾਲਾ ਕਿਉਂ ਨਹੀਂ ਹੋਇਆ, ਇਹ 'ਚ ਵਿੱਚ ਇਹ ਹੈ ਕਿ ਇੰਟਰੈਕਟਿੰਗ ਸੇਪਰੇਟਲੀ, ਇਹ ਅਲੱਗ-ਅਲੱਗ ਰੋਲ ਕਰਦੇ ਹੈਗੇ ਨੇ, ਨਹੀਂ ਦੋਨੋਂ ਮਿਲ ਕੇ ਜਿਹੜਾ ਹੈ ਪ੍ਰਭਾਵ ਪਾਉਂਦੇ ਨੇ, ਇਸ ਕਰਕੇ ਸੀ ਹੈ। ਓਕੇ, ਨੈਕਸਟ ਹੈ ਟਰਮ PSRN ਇਨ ਡਿਵੈਲਪਮੈਂਟ ਇੰਪਲਾਈਜ਼। ठीक है, PSRN ਦੀ ਜਿਹੜੀ ਫੁੱਲ ਫਾਰਮ ਦੱਸਣੀ ਆਪਣਾ ਇਹਨਾਂ 'ਚੋਂ, ਮੀਨਸ ਪ੍ਰੋਬਲਮ ਸੋਲਵਿੰਗ, ਰੀਜ਼ਨਿੰਗ ਐਂਡ ਨੰਬਰਸੀ। दूसरा है प्रॉब्लम सॉल्विंग, रिलेशनशिप एंड नंबरिस। तीसरा है परसेप्चुअल स्किल्स, रीजनिंग एंड नंबरसिस। और चौथा है जी परसेप्चुअल स्किल्स एंड रिलेशनस एंड नंबरस। तो ये PSRN की जी असी फुल फॉर्म दसनी है, जी कि डिवेलपमेंट के लिए जरूरी है, यानी कि डिवेलपमेंट के नाल जुड़ी हुई है, इंप्लाई की जाती है, प्रयोग की जाती है एक बच्चे के डिवेलपमेंट के लिए। ठीक है, तो ये किहड़ा है सही जी? सो सही इन्हां दे विचों जी परसैप्चुअल स्किल्स, डी आंसर, सी आंसर सही रहूगा। पहला एक बच्चे दे विच परसैप्चुअल जिहड़े स्किल आउंदे आ, कंसैप्ट बनाने सिखदा है, उहदे विच उसदा जिहड़ा कह सकदे आ हुनर है ना, स्किल मतलब उहदे विच डिवेलपमेंट हुंदी है। फिर उस तो बाद जिहड़ा है वो रीजनिंग करनी सिखदा है। पहला उहदे दिमाग दे विच कोई कंसैप्ट बनदा है, वो किसी भी चीज़ नूं लैके हो सकदा है, ठीक है, पेरेंट्स नूं लैके हो सकदा है, किसी वस्तु नूं लैके हो सकदा है, किसी पशु नूं, पंछी नूं लैके हो सकदा है। फिर उस तो बाद वो रीजनिंग करनी, यानी कि तर्क करनी सिखदा हैगा गा, ठीक है, कि चीज़ एक्चुअल विच है भी आ जां नहीं हैगी। ठीक है, कई बार वो कई चीज़ों सच मान लैंदा है कि इस तरीके नाल ही काम करदे हो, उहदे प्रति जदों उसदे विच रीजनिंग आ जाती है, तर्क करन दी शक्ति आ जाती है, फिर वो दूसरी स्टेज ते पाउंदा है, जिहदे विच तीसरी स्टेज हुंदी है नंबरिंग दी, नंबरिस दी। नंबरिस मतलब कि वो सीक्वेंस वाइज करना सीख जाता है, 1 2 3 4 ਜਾਂ हाइट के अकॉर्डिंग किहड़ा वड्डा है किहड़ा छोटा है, इस तरीके दे नाल जिहड़ा करना सीख जाता है। ते इन्हां तिन्नां कंसैप्टां दे विचों दी हो के गुजरदी है एक डिवेलपमेंट। पहला कंसैप्ट बनते हैगे ने, ठीक है, फिर उहदे विच स्किल हासिल होंदी है, फिर रीजनिंग करनी सीखदा है, तर्क करनी सीखदा है, फिर नंबरिसी जिहड़ी है सीक्वेंस वाइज 1 2 3 जिहड़ी है वो करनी सीखदा है। ते इन्हां तिन्नां दे विचों दी हुंदी है, इस करके PSRN दी जिहड़ी फुल फॉर्म है परसैप्चुअल स्किल्स, रीजनिंग एंड नंबरसी बनती है। नैक्सट है जी 6 नंबर, वैगोस्की प्रपोजड दैट चाइल्ड डिवेलपमेंट इज़। सो वैगोस्की के अकॉर्डिंग जिहड़ा है चाइल्ड डिवेलपमेंट जिहड़ी है वो किस तरीके दे नाल जिहड़ा कहते बनी है, ड्यू टू जेनेटिक कंपोनेंट ऑफ ए कल्चर। दूसरा है जी ए प्रोडक्ट ऑफ सोशल इंटरैक्शन। तीसरा है जी ए प्रोडक्ट ऑफ फॉर्मल एजुकेशन। ऑप्शन 4 है ए प्रोडक्ट ऑफ असैमिलेशन एंड एकमोडेशनस। वैगोस्की के अकॉर्डिंग जिहड़ा है प्रपोज किया गया है कि चाइल्ड डिवेलपमेंट जिहड़ा है वो की है, इन्हां दे विचों चाइल्ड डिवेलपमेंट की जिहड़ी कह सकते हैं परिभाषा की दसी गई हैगी जी वैगोस्की के अकॉर्डिंग कि की हुंदी हैगी है, किवें हुंदी हैगी आ। ठीक है, तो पहला इन्होंने दसिया है ड्यू टू जेनेटिक कंपोनेंट्स ऑफ ए कल्चर। सो कल्चर के अकॉर्डिंग जिहड़ा कह सकते हैं ना, जेनेटिक कारण के करके जिहड़ा है चाइल्ड डिवेलपमेंट होंदी है। दूसरा इन्होंने दसिया है सोशल इंटरैक्शन, और तीसरा है फॉर्मल एजुकेशन, और चौथा है सिमुलेशन एंड एकमोडेशन। सिमुलेशन तो एकमोडेशन जिहड़ा है ये प्याजे के नाल संबंधित है। ओके, बट इत्थे आपां गल कीती है चाइल्ड डिवेलपमेंट की जिहड़ी कि वैगोस्की के अकॉर्डिंग है, वैगोस्की के अकॉर्डिंग जिहड़ा है ये प्रोडक्ट ऑफ सोशल इंटरैक्शन। ठीक है, जिहड़ा चाइल्ड डिवेलपमेंट है वो किसकी प्रोडक्ट है जी, सोशल इंटरैक्शन की। ठीक है, यानी कि वो जिमें जिमें समाज के विचों विचरूगा उवें उवें उहदी जिहड़ी डिवेलपमेंट है वो होवेगी, किस दे अकॉर्डिंग, वैगोस्की के अकॉर्डिंग। नैक्सट है जी 7 नंबर, Gordon formulated a list of 7 intelligences which among the following is not one of them। सो गार्डन के द्वारा इंटैलीजेंसी नूं लैके 7 स्टेजां बनाईयां गईयां सी, उन्हां दे विचों इन्हां चारां दे विचों किहड़ी नहीं है। पहली है स्पेशल इंटैलीजेंसी, दूसरा है इमोशनल इंटैलीजेंसी, तीसरा है इंटरपर्सनल इंटैलीजेंसी, और चौथा है लिंग्विस्टिक इंटैलीजेंसी। ओके जी, तो उन्होंने दोबारा किहड़ियां दवाइयां इंटैलीजेंसी सी, मैं पहला वो गिना देवां। सो पहला है लॉजिकल एंड मैथमैटिकली, ये दोनों इकट्ठियां ने, लॉजिकल एंड मैथमैटिक। ठीक है, दूसरी है लिंग्विस्टिक,
ਲਿੰਗੁਇਸਟਿਕ ਜਿਹੜੀ ਹੈ, ਠੀਕ ਹੈ। ਤੀਸਰੀ ਹੈ ਮਿਊਜ਼ੀਕਲ, ਜਿਹਨੂੰ ਸੰਗੀਤਾਤਮਕ ਕਹਿ ਦਿੰਦੇ ਹੈ, ਮਿਊਜ਼ੀਕਲ। ਚੌਥੀ ਕਿਹੜੀ ਹੈ ਜੀ, ਸਪੇਸ਼ੀਅਲ, ਜਿਹੜੀ ਕਿ ਇਹਦੇ ਵਿੱਚ ਐਡ ਹੈ, ਠੀਕ ਹੈ। ਇਸ ਤੋਂ ਇਲਾਵਾ ਲਿੰਗੁਇਸਟਿਕ ਆਪਾਂ ਕਰ ਲਈ ਹੈ, ਉਹ ਵੀ ਇਸ ਦੇ ਵਿੱਚ ਐਡ ਹੈ, ਠੀਕ ਹੈ ਜੀ। ਚੌਥੀ ਕਿਹੜੀ ਸੀਗੀ ਜੀ, ਸਪੇਸ਼ੀਅਲ, ਸਪੇਸ਼ੀਅਲ ਜਿਹੜੀ ਕਿ ਆਪਾਂ ਖੇਤਰੀ ਕਹਿ ਦਿੰਦੇ ਹੈਗੇ ਆ, ਤਾਂ ਸਪੇਸ਼ੀਅਲ ਇਸ ਦੇ ਵਿੱਚ ਐਡ ਹੈਗੀ, ਠੀਕ ਹੈ। ਔਰ ਪੰਜਵੀਂ ਕਿਹੜੀ ਸੀਗੀ ਜੀ, ਬੋਡੀ ਕਾਇਨੇਟਿਕ, ਬੋਡੀ ਕਾਇਨੇਟਿਕ ਜਿਹੜੀ ਹੈ ਉਹ ਆ ਜਾਂਦੀ ਹੈ, ਉਹ ਇਸ ਦੇ ਵਿੱਚ ਨਹੀਂ ਹੈਗੀ, ਠੀਕ ਹੈ ਜੀ। ਔਰ ਛੇਵੀਂ ਹੈ ਜੀ ਇਹਨਾਂ ਦੇ ਵਿੱਚੋਂ ਇੰਟਰਪਰਸਨਲ, ਇੰਟਰਪਰਸਨਲ, ਠੀਕ ਹੈ ਜੀ, ਇਹ ਵੀ ਇਹਦੇ ਵਿੱਚ ਹੈ ਜੋ ਕਿ ਸੀ ਆਪਸ਼ਨ ਦੇ ਵਿੱਚ ਹੈ। ਅਤੇ ਲਾਸਟ ਕਿਹੜੀ ਹੈ ਜੀ, ਇੰਟਰਾ। तो ध्यान रखना, एक इंटरपर्सनल है, एक इंट्रापर्सनल है, जो कि 7वीं है, ठीक है। तो इस करके 7 किस्मां नेगियां जो इंटैलीजेंस दियां ने, जिहड़ियां कि गार्डन के द्वारा प्रजेंट कीतियां गईयां नेगियां। सो सुन लियो, राइटिंग वगैरह जी माउस नाल शायद सही नहीं हो पाती हैगी, ठीक है, कर्सर वगैरह नहीं चलता है, बट कोशिश करांगे कि नैक्सट आपां है ना उहनूं ऐड ही कर दिया करांगे टाइपिंग के रूप ही। तो ये स्पेशलिस्ट है जी गार्डन के द्वारा पेश की गई है, इंटरपर्सनल है, लिंग्विस्टिक है, बट इमोशनल इंटैलीजेंसी जी है वो इस नहीं है, भावात्मक नहीं है, इन्ना 7 इंटैलीजेंसी दे विच, ठीक है। सो इस करके बी आंसर इसका सही है। नैक्सट है जी, जिन्होंने थ्योरी की क्लासा लगाई हुई वो मैं करवाए हुए है कल्ले कल्ले टॉपिक, जो पुरानियां तो सारे विजिबल है, कोई भी जाके देख सकता है, प्लेलिस्ट बनी हुई है, वो सारिया थ्योरीज करवाई हुई ने। सो थोड़ा जिहा सिलेबस पेंडिंग रह गया सीगा, वो आइज प्रॉब्लम करके कंप्लीट नहीं हो पाया सी, ठीक है। बट पंजां ने पुरानियां जिन्नियां तुसीं देखना चाहुंदे, जिन्ना तुहाडे कोल समा है, जिन्ना तुहाडे कोल डाटा है, उसका इस्तेमाल करके तुसीं देख सकते हो। विच ऑफ द फॉलोइंग इज़ द ट्रू स्टेटमेंट इन रैफरेंस टू इंटैलीजेंसी, इंटैलीजेंसी नूं लैके इन्हां दे विचों किहड़ी स्टेटमेंट जिहड़ी है वो सही है। इंटैलीजेंसी की हुंदी है, मीन इहदे विच यही पूछा गया है। इंटैलीजेंसी इज़ द एबिलिटी टू एडजस्ट, ये भी सही है। दूसरा है जी, इंटैलीजेंसी इज़ द एबिलिटी टू लर्न, ये भी सही है जी, क्योंकि इंटैलीजेंसी दे नाल असीं कह सकते हैं एडजस्ट करना सीखते हैं ना, कोई भी चीज़ है। इंटैलीजेंसी दे नाल ही एबिलिटी आउंदी है साडे विच लर्न दी, सीखण दी जिहड़ी है ना, वो भी साडे कोल इंटैलीजेंसी के थ्रू ही आउंदी है। एंड इंटैलीजेंसी इज़ द एबिलिटी ऑफ एबस्ट्रैक्ट रीजनिंग, सो किसी तरह जिहड़े कह सकते हैं ना अदिख चीज़ है उन्होंने भी असीं समझना सीख जाते हैं कि कोई चीज़ है या नहीं है, अपने माइंड के जिहड़ा कह सकते हैं हाइपोथेसिस कर सकते हाँ। तो ये तीनों ही सही नेगे, इसे करके असीं कह सकते हाँ कि जिहड़ी इंटैलीजेंसी है उन्हां दे विच, इन्हां चारां दे विचों किहड़ी ट्रू स्टेटमेंट बनती है, ऑल ऑफ दीज, क्योंकि ये सारियां ही ने। इंटैलीजेंसी दे नाल एडजस्टमेंट करनी भी सीखी जाती है, इंटैलीजेंसी दे नाल लर्न करना भी सीखा जाता है, इंटैलीजेंसी दे नाल एबिलिटी आउंदी है एबस्ट्रैक्ट रीजनिंग दी, आदिख चीज़ नूं असीं अपने माइंड दे विच जिहड़ा हाइपोथेसिस कर सकते हाँ, उहदे बारे सोच सकते हाँ, उहदे बारे कोई नवां आइडिया जिहड़ा है वो बना सकते हैगे। नैक्सट है 9 नंबर, ए चाइल्ड कैन थिंक लॉजिकल अबाउट ऑब्जेक्ट्स एंड इवेंट्स, दिस इज़ द करैक्टरिस्टिक गिवन बाय द पियाजे ऑफ स्टेज। चाइल्ड जिहड़ा है वो लॉजिकल तरीके दे नाल जिहड़ा है किसी भी ऑब्जेक्ट या इवेंट्स बारे सोच सकता है तर्क के तरीके दे नाल। एक किहड़ी स्टेज है, किहड़े स्टेज की विशेषता है जिहड़ी कि पियाजे के द्वारा पेश की गई है। पहली है सेंसरी मोटर, दूसरी है प्री ऑपरेशनल, तीसरी है कॉन्क्रीट ऑपरेशनल और चौथी है जी फॉर्मल ऑपरेशनल। ठीक है जी, 4 स्टेजा दसिया गई ने पियाजे स्टेज के अकॉर्डिंग। सेंसरी मोटर के विच सुभाविक जी गल है कि बच्चा सेंसस के थ्रू जिहड़ा है समझदा है कि ठंडी है गर्म या किवें भी है, ठीक है, वो सेंसस के थ्रू समझदा है, जिहड़ियां कि 5 साडियां सेंसस ने उन्हां दे थ्रू ही समझदा है। प्री ऑपरेशनल दे विच जिहड़ा है कि बच्चा सही तरीके दे नाल लॉजिकल जिहड़ी रीजनिंग है वो नहीं कर सकता, लॉजिकल नहीं सोच सकता, वो जिहड़ी चीज़ है उसे नूं ही सही मानता है, चाहे कोई भी है, ठीक है, उन्होंने लगता कि यही सचमुच वही चीज़ है। बट फॉर्मल दे विच जिहड़ा है उहदे विच भी कुछ ज़्यादा हो जाता है, ठीक है, ज़्यादा ऊपर चला जाता है मटीरियल, यानी कि ज़्यादा कहते हैं फॉर्मल तरीके नाल आउंदा है। और इन्हां दे विचों इक्को बचदी है कॉन्क्रीट ऑपरेशनल। तो कॉन्क्रीट ऑपरेशनल जिहड़ी है एक अजिही स्टेज है जिहड़ी कि पियाजे दे द्वारा पेश की गई है। कई बार इहदा राइटर भी पूछ लेंदे हैं, तो पियाजे ने इसनूं पेश किया है, ठीक है। पियाजे की यह फॉर्मल जिहड़ी स्टेज आउंदी हैगी कॉन्क्रीट वाली, जिहदे विच की है कि बच्चा जिहड़ा है वो लॉजिकल तरीके दे नाल किसी भी ऑब्जेक्ट यानी कि वस्तु नूं अते किसी भी इवेंट्स मतलब घटना नूं सोच सकता है, थिंक कर सकता है, ठीक है, लॉजिकली। ये नहीं है कि बस जिमें ठीक लगे, ठीक है, लॉजिकल सही या गलत का फैसला कर सकता है। मीनस आप कर सकते हैं किसी ऑब्जेक्ट को लेके किसी इवेंट्स को लेके अपने माइंड के विच किस दे अधीन कॉन्क्रीट ऑपरेशनल के अकॉर्डिंग पियाजे की स्टेज है। नैक्सट है जी, विच ऑफ द फॉलोइंग डज नॉट बिलोंग टू द कैटेगरीज ऑफ द कॉपिंग स्ट्रेटजीज दैट वूमेन कॉमनली एंगेज्ड इन।
ਸੋ ਇਹਨਾਂ ਦੇ ਵਿੱਚੋਂ ਕਿਹੜੀ ਕੈਟਾਗਰੀ ਜਿਹੜੀ ਹੈ ਉਹ ਕਾਪੀ ਸਟ੍ਰੈਟੇਜੀ ਦੇ ਨਾਲ ਸੰਬੰਧਿਤ ਨਹੀਂ ਹੈਗੀ ਕਿ ਜਿਹੜੀ ਕਿ ਕਾਮਨਲੀ ਜਿਹੜਾ ਹੈ ਅੰਗੇਜਡ ਹੈ ਵੂਮਨ ਦੇ ਨਾਲ, ਠੀਕ ਹੈ, ਬਿਲੋਂਗ ਨਹੀਂ ਕਰਦੇ ਇਹਨਾਂ ਦੇ ਵਿੱਚ ਉਹ ਕੈਟਾਗਰੀ। ਸੋ ਪਹਿਲਾ ਹੈ ਅਸਟੈਪਟੇਸ਼ਨਸ, ਦੂਸਰਾ ਹੈ ਜੀ ਰੈਸਟੈਂਸਨਸ, ਅਤੇ ਤੀਸਰਾ ਹੈ ਜੀ ਰੈਵੋਲੂਸ਼ਨ, ਅਤੇ ਚੌਥਾ ਹੈ ਜੀ ਅਡੈਪਟੇਸ਼ਨਸ। ਅਸਟੈਪਟੇਸ਼ਨ ਜਿਹੜਾ ਹੈ ਅਸੈਪਟ ਕਰਨ ਦੇ ਵਿੱਚ ਆ ਜਾਂਦਾ ਹੈ, ਰੈਸਟੈਂਸਨਸ ਜਿਹੜੀਆਂ ਰੋਕਾਂ ਆਜ਼ਾਦੀਆਂ ਹੈਗੀਆਂ ਨੇ, ਠੀਕ ਹੈ, ਤੀਸਰਾ ਰੈਵੋਲੂਸ਼ਨ ਕ੍ਰਾਂਤੀ ਆ ਜਾਂਦਾ ਹੈ, ਅਤੇ ਚੌਥਾ ਹੈ ਅਡੈਪਟੇਸ਼ਨ। ਸੋ ਇਹਦੇ ਵਿੱਚ ਵੀ ਅਡੈਪਟ ਕੀਤਾ ਜਾਂਦਾ ਹੈ ਨਾ ਕਿਸੇ ਨਾ ਕਿਸੇ ਚੀਜ਼ ਨੂੰ। ਤੇ ਇਹਨਾਂ ਦੇ ਵਿੱਚੋਂ ਪੁੱਛਿਆ ਗਿਆ ਹੈ ਕਿਹੜਾ ਬਿਲੋਂਗ ਨਹੀਂ ਕਰਦਾ ਇਹਨਾਂ ਦੇ ਵਿੱਚੋਂ ਕੈਟਾਗਰੀ ਦੇ ਵਿੱਚੋਂ, ਜਿਹੜਾ ਕਿ ਕਾਪਿੰਗ ਸਟ੍ਰੈਟੇਜੀ ਦੇ ਨਾਲ ਸੰਬੰਧਿਤ ਹੈ। ਧਿਆਨ ਰੱਖਿਓ, ਕਾਪਿੰਗ ਸਟ੍ਰੈਟਜੀ ਦੈਟ ਵੂਮੈਨ ਕਾਮਨਲੀ ਅੰਗੇਜ, ਕਿਹੜੀ ਦੇ ਨਾਲ ਇੱਥੋਂ ਜੁੜੇ ਹੋਏ ਹੈਗੇ ਨੇਗੇ, ਜੁੜੇ ਨਹੀਂ ਹੈਗੇਗੇ, ਇੱਥੇ ਪੁੱਛਿਆ ਗਿਆ ਹੈਗਾ ਗਾ। ਤਾਂ ਇਹਦੇ ਵਿੱਚੋਂ ਰੈਵੋਲੂਸ਼ਨ ਦੇ ਨਾਲ ਜਿਹੜਾ ਕਹਿ ਸਕਦੇ ਆ ਉਹਨਾਂ ਦੀ ਅਟੈਚਮੈਂਟ ਨਹੀਂ ਹੁੰਦੀ, ਜਿਹੜੀ ਕਿ ਵੂਮੈਨ ਦੇ ਨਾਲ ਜੁੜੀ ਹੁੰਦੀ ਹੈਗੀ, ਠੀਕ ਹੈ। ਵੂਮੈਨ ਦੇ ਨਾਲ ਜਿਹੜਾ ਕਹਿ ਸਕਦੇ ਆ ਰੈਵੋਲੂਸ਼ਨ ਜਿਹੜੀ ਹੈ ਉਹ ਗ੍ਰੇਟ ਹੁੰਦੀ ਹੈ। ਇਹ ਕਾਪਿੰਗ ਸਟ੍ਰੈਟਜੀ ਦੇ ਅਕੋਰਡਿੰਗ ਆਉਂਦੀ ਹੈਗੀ, ਠੀਕ ਹੈ। ਇਹਨਾਂ ਦੇ ਵਿੱਚੋਂ ਬਿਲੋਂਗ ਕਿਹੜੀ ਕੈਟਾਗਰੀ ਨਹੀਂ ਕਰਦੀ, ਇਹ ਪੁੱਛਿਆ ਗਿਆ ਹੈਗਾ। ਨੈਕਸਟ ਹੈ ਜੀ 11 ਨੰਬਰ, what should be role of the teacher in meeting the individually difference। ਇੱਕ ਟੀਚਰ ਦਾ ਕੀ ਰੋਲ ਹੈ ਜਦੋਂ ਉਹ ਇੰਡੀਵਿਜੂਅਲੀ ਡਿਫਰੈਂਸ ਦੇ ਅਕੋਰਡਿੰਗ ਮੀਟਿੰਗ ਕਰਦਾ ਹੈ, ਠੀਕ ਹੈ। ਜਦੋਂ ਉਹ ਇੰਡੀਵਿਜੂਅਲੀ ਤਰੀਕੇ ਦੇ ਨਾਲ ਜਿਹੜਾ ਕਹਿ ਸਕਦੇ ਹਨ ਇੰਡੀਵਿਜੂਅਲੀ ਡਿਫਰੈਂਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਮੀਟਿੰਗ ਕਰਦਾ ਹੈ, ਤਾਂ ਉਹਦੇ ਵਿੱਚ ਉਹਦਾ ਕੀ ਰੋਲ ਹੋਊਗਾ। ਪਹਿਲਾ, ਟਰਾਈ ਟੂ ਨੋ ਅਬਾਊਟ ਐਬਿਲਿਟੀ, ਇੰਟਰਸਟ, ਐਪਟੀਟਿਊਡ ਆਫ ਇੰਡੀਵਿਜੂਅਲੀ। ਦੂਸਰਾ, ਟਰਾਈ ਟੂ ਐਡਜਸਟ ਦ ਕਰਿਕੂਲਮ ਐਜ਼ ਪਰ ਦ ਨੀਡਸ ਆਫ ਦ ਇੰਡੀਵਿਜੂਅਲੀ। ਤੀਸਰਾ, ਬੋਥ ਏ ਐਂਡ ਬੀ, ਔਰ ਚੌਥਾ ਹੈ ਜੀ ਨਨ ਆਫ ਦੀਸ। ਇੱਕ ਟੀਚਰ ਹੈ, ਮੀਨਸ ਤੁਸੀਂ ਟੀਚਰ ਹੋ, ਠੀਕ ਹੈ, ਤੁਸੀਂ ਮੀਟਿੰਗ ਕਰ ਰਹੇ ਹੋ ਇੰਡੀਵਿਜੂਅਲੀ ਡਿਫਰੈਂਸ ਦੇ ਅਕੋਰਡਿੰਗ, ਮੀਨਸ ਕਿ ਤੁਸੀਂ ਇਹ ਚੀਜ਼ ਨੂੰ ਧਿਆਨ 'ਚ ਰੱਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਜਿਹੜਾ ਹੈ ਵਿਅਕਤੀਗਤ ਭਿੰਨਤਾ ਹੁੰਦੀ ਹੈ, ਉਸ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਮੀਟਿੰਗ ਕਰ ਰਹੇ ਹੋ। ਉਸ ਮੀਟਿੰਗ ਦੇ ਅਕੋਰਡਿੰਗ ਤੁਸੀਂ ਕੀ ਚੀਜ਼ਾਂ ਨੋਟ ਕਰੋਗੇ ਤਾਂ ਕਿ ਜਿਹੜਾ ਹੈ ਟੀਚਿੰਗ ਜਿਹੜੀ ਹੈ ਇਫੈਕਟਿਵ ਹੋ ਸਕੇ, ਇਹ ਮੇਨ ਬਣਦਾ ਹੈ। ਤਾਂ ਤੁਸੀਂ ਕੀ ਕੋਸ਼ਿਸ਼ ਕਰੋਗੇ, ਟਰਾਈ ਟੂ ਨੋਟ ਐਬਿਲਿਟੀਜ਼, ਇੱਕ ਬੱਚੇ ਦੇ ਵਿੱਚ ਕਿਹੜੀਆਂ ਐਬਿਲਿਟੀਜ਼ ਨੇ, ਕਿਹੜੀਆਂ ਯੋਗਤਾਵਾਂ ਨੇ, ਔਰ ਉਸ 'ਤੇ ਇੰਟਰਸਟ ਜਾਣੋਗੇ ਕਿ ਇੱਕ ਬੱਚਾ ਕੀ ਚਾਹੁੰਦਾ ਹੈ, ਦੂਸਰਾ ਬੱਚਾ ਕੀ ਚਾਹੁੰਦਾ ਹੈ। ਇਸ ਤੋਂ ਇਲਾਵਾ ਉਸਦੇ ਐਪਟੀਟਿਊਡ ਜਿਹੜੇ ਨੇ ਇੰਡੀਵਿਜੂਅਲੀ ਉਸ ਨੂੰ ਤੁਸੀਂ ਨੋਟ ਕਰੋਗੇ, ਔਰ ਇਸ ਤਰੀਕਾ ਤੁਸੀਂ ਇਹ ਵੀ ਸਮਝੋਗੇ, ਇਹ ਵੀ ਐਡਜਸਟ ਕਰੋਗੇ ਕਿ ਬੱਚੇ ਦੇ ਲਈ ਜਿਹੜਾ ਕਹਿੰਦੇ ਆ ਕੋਰੀਕੁਲਮ ਜਿਹੜਾ ਹੈ ਉਹ ਉਹਨਾਂ ਦੀਆਂ ਲੋੜਾਂ ਦੇ ਅਨੁਸਾਰ ਬਣਾਇਆ ਜਾ ਸਕੇ, ਕਿਉਂਕਿ ਪਹਿਲਾਂ ਤੁਸੀਂ ਉਹਨਾਂ ਦੀ ਐਬਿਲਿਟੀ ਸਮਝ ਲਈ ਹੈ, ਇੰਟਰਸਟ ਸਮਝ ਲਿਆ ਹੈ, ਐਪਟੀਟਿਊਡ ਸਮਝ ਲਿਆ ਹੈ, ਤਾਂ ਫਿਰ ਦੂਜਾ ਕੰਮ ਸਾਡੇ ਕੋਲ ਕੋਰੀਕੁਲਮ ਬਣਾਉਣਾ ਹੈ ਤਾਂ ਕਿ ਉਹਨਾਂ ਬੱਚਿਆਂ ਨੂੰ ਇੰਡੀਵਿਜੂਅਲੀ ਤਰੀਕੇ ਦੇ ਨਾਲ ਜਿਹੜਾ ਕਹਿ ਸਕਦੇ ਹਾਂ, ਹਾਲਾਂਕਿ ਉਹ ਸਾਰੀ ਕਲਾਸ ਦੇ ਵਿੱਚ ਬੈਠਣਗੇ ਬਟ ਤੁਸੀਂ ਇਹ ਚੀਜ਼ ਦਾ ਧਿਆਨ ਰੱਖੋਗੇ ਕਿ ਬੱਚੇ ਕਿਹੜੇ ਟਾਈਪ ਦੇ ਨੇ, ਇਸ ਲਈ ਤੁਸੀਂ ਇਸ ਤਰ੍ਹਾਂ ਦਾ ਕੋਰੀਕੁਲਮ ਜਿਹੜਾ ਹੈ, ਪਾਠਕ੍ਰਮ ਜਿਹੜਾ ਹੈ ਉਹ ਬਣਾਓਗੇ ਤਾਂ ਕਿ ਉਹ ਬੱਚਿਆਂ ਦੀ ਇੰਡੀਵਿਜੂਅਲੀ ਨੀਡਸ ਨੂੰ ਜਿਹੜਾ ਹੈ ਉਹ ਪੂਰਾ ਕਰ ਸਕੇ, ਐਡਜਸਟ ਕਰਕੇ, ਠੀਕ ਹੈ। ਇਸੇ ਕਰਕੇ ਸੀ ਇਸ ਦਾ ਰਾਈਟ ਆਂਸਰ ਹੈ। ਨੈਕਸਟ ਹੈ ਜੀ, ਇਫ ਏ ਚਾਈਲਡ ਹੈਜ਼ ਮੈਂਟਲ ਏਜ 5 year ਐਂਡ ਕ੍ਰੋਨੋਲੋਜੀ ਏਜ 4 year then what will be the IQ of the child। ਇਹ ਕੁਐਸਚਨ ਨਾ ਪੱਕਾ ਹੀ ਆਉਣ ਦੀ ਸੰਭਾਵਨਾ ਹੈ PSTET ਦੇ ਵਿੱਚ, ਅਤੇ ਤੁਸੀਂ ਇਸ ਨੂੰ ਯਾਦ ਕਰ ਸਕਦੇ ਹੋ ਅਤੇ ਤੁਹਾਨੂੰ ਕਿਤੋਂ ਵੀ ਤੇ ਕਿਸੇ ਵੀ ਤਰੀਕੇ ਦਾ ਜਿਹੜਾ ਆ ਜਾਵੇ ਤਾਂ ਤੁਸੀਂ 1 ਮਿੰਟ 'ਚ ਉਸ ਨੂੰ ਸੋਲਵ ਕਰ ਲਵੋਗੇ। ਸਭ ਤੋਂ ਸੌਖਾ ਮੈਥਡ ਹੈ, ਠੀਕ ਹੈ। ਸੋ ਪੁੱਛਿਆ ਗਿਆ ਹੈ ਕਿੰਨਾ IQ ਹੋਵੇਗਾ ਜੇਕਰ ਬੱਚਾ ਜਿਹੜਾ ਹੈ ਉਹਦੀ ਮਾਨਸਿਕ ਉਮਰ 25 ਸਾਲ ਹੈ ਅਤੇ ਵੈਸੇ ਵਾਸਤਵਿਕ ਉਮਰ ਜਿਹੜੀ ਹੈ ਉਹਦੀ 4 ਸਾਲ ਹੈ, ਠੀਕ ਹੈ। 125 IQ ਆਵੇਗਾ, 80 ਆਵੇਗਾ, ਜਾਂ ਫਿਰ 120 ਆਵੇਗਾ, ਜਾਂ ਫਿਰ 100 ਆਵੇਗਾ, ਠੀਕ ਹੈ। ਇਹਨੂੰ ਸੌਖਾ ਜਿਹਾ ਫਾਰਮੂਲਾ ਹੈ, ਜੇਕਰ ਤੁਸੀਂ ਤੁਹਾਡੇ ਯਾਦ ਰਹਿ ਜਾਂਦਾ ਹੈ, ਕੋਈ ਯਾਦ ਰੱਖਣਾ ਪਵੇਗਾ ਫਿਰ ਹੀ ਤੁਸੀਂ ਇਸ ਨੂੰ ਕੰਪਲੀਟ ਕਰ ਪਾਓਗੇ। ਇੱਕ ਹੈ IQ ਔਰ MA, ਠੀਕ ਹੈ, ਮੈਂਟਲੀ ਏਜ, ਔਰ ਬਟਾ ਐਕਚੁਅਲ ਏਜ, ਐਕਚੁਅਲ ਦੇ ਵਿੱਚ ਬੱਚੇ ਦੀ ਏਜ ਕਿੰਨੀ ਹੈਗੀ, ਓਕੇ ਜੀ, ਗੁਣਾ 100, ਠੀਕ ਹੈ। ਕੀ ਕਰਨਾ ਹੁਣ ਅਸੀਂ, ਇੱਥੇ ਦੱਸਿਆ ਗਿਆ ਹੈ ਮੈਂਟਲੀ ਏਜ ਕਿੰਨੀ ਹੈ ਜੀ 5 year, 5 ਸਾਲਾਂ ਦੇ ਹੈ, ਠੀਕ ਹੈ। ਅਗਰ ਪੁੱਛਿਆ ਗਿਆ ਹੈ ਇੱਥੇ ਕ੍ਰੋਨੋਲੋਜੀਕਲ ਏਜ ਜਿਹੜੀ ਹੈ ਸੀ ਨਾਲ ਆਊਗਾ, ਸੌਰੀ ਇੱਥੇ, ਠੀਕ ਹੈ, ਕ੍ਰੋਨਿਕਲਸ ਇਹ ਹੈਗੀ 4 ਸਾਲਾਂ ਦੀ, ਗੁਣਾ 100, ਠੀਕ ਹੈ। ਸੌਖਾ ਜਿਹਾ ਮੈਥਡ ਹੈ, ਬਸ ਇੱਕ ਵਾਰ ਤੁਸੀਂ ਸਿੱਖ ਲਿਆ ਤਾਂ ਹਮੇਸ਼ਾ ਤੁਹਾਡੇ ਜਿਹੜਾ ਇਹ ਯਾਦ ਰਹੂਗਾ। ਇੱਥੇ ਗੁਣਾ ਕਰਾਂਗੇ ਜੀ 100 ਦੇ ਨਾਲ ਇਸ ਨੂੰ ਤਾਂ 500 ਹੋ ਜਾਂਦਾ ਹੈ, ਠੀਕ ਹੈ ਜੀ। 500 ਨੂੰ ਬਟਾ ਭਾਗ ਕਰਾਂਗੇ ਅਸੀਂ 4 ਦੇ ਨਾਲ ਤਾਂ ਸਾਡੇ ਕੋਲ ਆਵੇਗਾ ਜੀ ਕਿੰਨਾ, ਭਾਗ ਕਰਨ 'ਤੇ 125, ਠੀਕ ਹੈ ਜੀ। ਤਾਂ ਇਸੇ ਕਰਕੇ ਇਹ ਆਨਸਰ ਰਾਈਟ ਹੋਊਗਾ। ਜੇ ਬੱਚਾ 5 ਸਾਲਾਂ ਦਾ ਹੈ, ਮੈਂਟਲੀ ਏਜ ਉਸਦੀ 5 ਸਾਲਾਂ ਦੀ ਹੈ, ਕ੍ਰੋਨੋਕਲੀ ਏਜ ਜਿਹੜੀ 4 ਸਾਲਾਂ ਦੀ ਹੈ, ਤਾਂ ਬੱਚੇ ਦਾ IQ ਲੈਵਲ ਜਿਹੜਾ ਹੈ ਉਹ 125 ਹੋਵੇਗਾ। ਇਹ ਬਹੁਤ ਸੌਖਾ ਮੈਥਡ ਹੈ, ਅਗਰ ਤੁਸੀਂ ਇਸ ਨੂੰ ਟਰਾਈ ਕਰ ਲੈਂਦੇ ਹੋ ਤਾਂ ਹਮੇਸ਼ਾ ਤੁਸੀਂ ਇਸ ਦਾ ਕਿਸੇ ਵੀ ਤਰੀਕੇ ਨਾਲ ਕੁਐਸਚਨ ਆਇਆ ਉਹਨੂੰ ਸੋਲਵ ਕਰ ਲਵੋਗੇ। ਨੈਕਸਟ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਦਾ ਟੂਲ ਫॉर ਫਾਰਮੇਟਿਵ ਅਸੈਸਮੈਂਟ ਇਨ ਦਾ ਸੋਲਿਸਟ ਡੋਮੇਨਸ। ਇਹਨਾਂ ਦੇ ਵਿੱਚੋਂ ਸੋਲਿਸਟ ਡੋਮੇਨਸ ਦੀ ਜਿਹੜੇ ਨਾਲ ਫਾਰਮੇਟ ਅਸੈਸਮੈਂਟ ਹੈਗੀ, ਠੀਕ ਹੈ, ਕਿਹੜਾ ਇਹਨਾਂ ਦੇ ਵਿੱਚੋਂ ਟੂਲ ਜਿਹੜਾ ਵਰਤਿਆ ਨਹੀਂ ਜਾਂਦਾ ਹੈਗਾ ਫਾਰਮੇਟ ਅਸੈਸਮੈਂਟ ਦੇ ਵਿੱਚ। ਸੋ ਇੱਕ ਆਪਸ਼ਨ ਇੱਕ ਹੈ ਕਨਵਰਜੈਂਸ ਸਕਿੱਲਸ, ਦੂਸਰਾ ਹੈ
मल्टीपल चॉइस क्वेश्चंस, तीसरा है प्रोजेक्ट्स और चौथा है ਔਰਲ ਕੁਐਸਚਨਸ। ਇਹ ਕੁਐਸਚਨ ਵੀ ਕਾਫੀ ਇੰਪੋਰਟੈਂਟ ਹੈ। ਇੱਥੇ ਪੁੱਛਿਆ ਗਿਆ ਹੈ ਫਾਰਮੈਟ ਅਸੈਸਮੈਂਟ ਦੇ ਵਿੱਚ ਕਿਹੜਾ ਟੂਲ ਇਸਤੇਮਾਲ ਨਹੀਂ ਕੀਤਾ ਜਾਂਦਾ ਇਹਨਾਂ ਚਾਰਾਂ ਦੇ ਵਿੱਚੋਂ ਜਿਹਦੇ ਅਧੀਨ ਤੁਸੀਂ ਐਵੈਲੂਏਸ਼ਨ ਕਰਦੇ ਹੋ ਇੱਕ ਬੱਚੇ ਦਾ। ਠੀਕ ਹੈ, ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਅਸੈਸਮੈਂਟ, ਇੱਕ ਫਾਰਮੈਟ ਹੁੰਦੀ ਹੈ, ਇੱਕ ਸਮਿਟਿਵ ਹੁੰਦੀ ਹੈਗੀ। ਤਾਂ ਫਾਰਮੈਟ ਦੇ ਵਿੱਚ ਇੱਥੋਂ ਕਿਹੜਾ ਨਹੀਂ ਹੈ, ਨਾਟ ਸ਼ਬਦ ਵਰਤਿਆ ਗਿਆ ਹੈ, ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ। ਤਾਂ ਧਿਆਨ ਰੱਖਣਾ ਕਿ ਕਨਵਰਜਨਲ ਸਕਿੱਲਸ ਜਿਹੜੇ ਹੈ ਉਹ ਫਾਰਮੈਟ ਦੇ ਵਿੱਚ ਹੀ ਆਉਂਦੇ ਹੈਗੇ ਨੇ। ਮਲਟੀਪਲ ਚੁਆਇਸ ਕੁਐਸਚਨ ਜਿਹੜੇ ਆ ਉਹ ਵੀ ਫਾਰਮੈਟ ਦੇ ਵਿੱਚ ਹੀ ਆਉਂਦੇ ਨੇਗੇ। ਔਰਲ ਕੁਐਸਚਨ ਜਿਹੜੇ ਹੈ ਇਹ ਵੀ ਫਾਰਮੈਟਿਵ ਅਸੈਸਮੈਂਟ ਦੇ ਵਿੱਚ ਹੀ ਆਉਂਦੇ ਨੇ। ਬਟ ਪ੍ਰੋਜੈਕਟ ਜਿਹੜੇ ਨੇਗੇ ਉਹ ਇਸ ਦੇ ਵਿੱਚ ਇਨਕਲੂਡ ਨਹੀਂ ਹੁੰਦੇ, ਕਿਉਂਕਿ ਪ੍ਰੋਜੈਕਟ ਜਿਹੜੇ ਨੇ ਇਹ ਸਮਿਟਿਵ ਦੇ ਵਿੱਚ ਆਉਂਦੇ ਹੈਗੇ ਨੇਗੇ, ਸਮਿਟਿਵ ਅਸੈਸਮੈਂਟ ਦੇ ਵਿੱਚ ਆਉਂਦੇ ਨੇ। ਕਨਵਰਜਨਲ ਸਕਿੱਲਸ, ਮਲਟੀਪਲ ਚੁਆਇਸ ਅਤੇ ਔਰਲ ਕੁਐਸਚਨ ਜਿਹੜੇ ਆ ਇਹ ਫਾਰਮੈਟ ਦੇ ਵਿੱਚ ਆਉਂਦੇ ਨੇ, ਫਾਰਮੇਟਿਵ ਅਸੈਸਮੈਂਟ ਦੇ ਵਿੱਚ। ਬਟ ਪ੍ਰੋਜੈਕਟ ਜਿਹੜੇ ਆ ਉਹ ਸਮਿਟਿਵ ਅਸੈਸਮੈਂਟ ਦੇ ਵਿੱਚ ਆਉਂਦੇ ਆ। ਨੈਕਸਟ ਹੈ 14 ਨੰਬਰ, ਇਫ ਯੂ ਸਟੂਡੈਂਟਸ ਇਨ ਯੂਅਰ ਕਲਾਸ ਆਰ ਐਕਸਪੈਕਟਡ ਬਰਾਈਟ ਯੂ ਵਿਲ ਟੀਚ ਦੈਮ। ਸੋ ਤੁਸੀਂ ਸਾਡੇ ਕੁਛ ਸਟੂਡੈਂਟ ਨੇ ਜਿਹੜੇ ਉਹ ਐਕਸਪੈਸ਼ਨਲ ਜਿਹੜੇ ਬਰਾਈਟਸ ਨੇ ਤੁਹਾਡੇ ਅਕੋਰਡਿੰਗ ਜਿਹੜਾ ਕਹਿ ਸਕਦੇ ਨੇ ਬੜੇ ਸਪੈਸ਼ਲ ਨੇਗੇ, ਬੜੇ ਬਰਾਈਟ ਹੈਗੇ ਨੇ, ਫਿਰ ਉਹਨਾਂ ਨੂੰ ਤੁਸੀਂ ਟੀਚ ਕਿਵੇਂ ਕਰੋਗੇ। ਸੋ ਆਪਸ਼ਨ ਇੱਕ ਹੈ ਅਲੋਂਗ ਵਿਦ ਦ ਅਲਾਸ, ਆਪਸ਼ਨ 2 ਹੈ ਅਲੋਂਗ ਵਿਦ ਹਾਇਰ ਕਲਾਸ, ਔਰ ਤੀਸਰਾ ਹੈ ਬਾय ਯੂਜ਼ਿੰਗ ਇਨਰਿਚਡ ਪ੍ਰੋਗਰਾਮ, ਅਤੇ ਆਪਸ਼ਨ 4 ਹੈ ਜੀ ਓਨਲੀ ਵੈਨ ਦੇ ਵਾਂਟ। ਐਕਸਪੈਕਸ਼ਨਲ ਬਰਾਈਟ ਸਟੂਡੈਂਟ ਨੇ ਕਿ ਤੁਸੀਂ ਉਸਨੂੰ ਅਲੋਂਗ ਵਿਦ ਕਲਾਸ ਸਟੱਡੀ ਕਰਾਓਗੇ, ਜਾਂ ਫਿਰ ਉਹਨਾਂ ਨੂੰ ਹਾਇਰ ਕਲਾਸ ਦੇ ਵਿੱਚ ਜਿਹੜਾ ਕਹਿ ਸਕਦੇ ਹੈ ਨਾ ਸਟੱਡੀ ਕਰਾਓਗੇ, ਜਾਂ ਫਿਰ ਬਾਈ ਰੀਚਿੰਗ ਇਨਰਿਚਡ ਪ੍ਰੋਗਰਾਮ, ਜਾਂ ਫਿਰ ਵਿਨ ਦਾ ਦੇ ਵਾਂਟ, ਜਿਵੇਂ ਉਹ ਚਾਹਣਗੇ। ਠੀਕ ਹੈ, ਜਿਸ ਤਰੀਕੇ ਨਾਲ ਉਹ ਹੋਊਗਾ। ਤਾਂ ਇੱਥੇ ਰਾਈਟ ਆਂਸਰ ਕੀ ਹੋਊਗਾ, ਬਾਈ ਯੂਜ਼ਿੰਗ ਇਨਰਿਚਡ ਪ੍ਰੋਗਰਾਮ ਮੀਨਸ ਕਿ ਵਧੀਆ ਪ੍ਰੋਗਰਾਮ ਉਹਨਾਂ ਦੀ ਕੁਆਲਿਟੀ ਦੇ ਅਕੋਰਡਿੰਗ, ਉਹਨਾਂ ਦੀ ਬਰਾਈਟਨੈਸ ਦੇ ਅਕੋਰਡਿੰਗ। ਠੀਕ ਹੈ, ਇੱਕ ਬੱਚੇ ਨੂੰ ਅਸੀਂ ਟੀਚ ਕਰਾਵਾਂਗੇ, ਕਿਉਂਕਿ ਉਸ ਚੀਜ਼ ਨੂੰ ਅਸੀਂ ਧਿਆਨ 'ਚ ਰੱਖਾਂਗੇ ਕਿ ਬੱਚੇ ਕਿੰਨੇ ਬਰਾਈਟਸ ਨੇ। ਬਰਾਈਟਸ ਮੀਨ ਤੋਂ ਮਤਲਬ ਇੰਟੈਲੀਜੈਂਟ ਦੀ ਗੱਲ ਕੀਤੀ ਗਈ ਹੈ, ਕਿੰਨੇ ਬਰਾਈਟਸ ਨੇ। ਉਹ ਨਾ ਬਰਾਈਟ ਵਾਲਾ ਚੈਨਲ ਵਾਲਾ ਨਾ ਲੈ ਲਿਓ ਮੇਰੀ, ਕਿਉਂਕਿ ਇੰਗਲਿਸ਼ ਦੀ ਠੀਕ ਠਾਕ ਆ, ਕਿਤੇ ਤੁਸੀਂ ਵੀ ਇਸ ਤਰੀਕੇ ਨਾਲ ਸੋਚਦੇ ਹੋ। ਨੈਕਸਟ ਹੈ 15 ਨੰਬਰ, ਦ ਮੇਜਰ ਪਰਪਜ਼ ਆਫ ਦ ਡਾਇਗਨੋਸਟਿਕ ਟੈਸਟ ਇਜ਼ ਦੈਟ ਆਫ ਦ ਆਈਡੈਂਟੀਫਾਈ। ਸੋ ਡਾਇਗਨੋਸਟਿਕ ਜਿਹੜਾ ਟੈਸਟ ਹੈ ਇਹਦਾ ਮੇਨ ਪਰਪਜ਼ ਕੀ ਹੁੰਦਾ ਹੈ, ਮੇਨ ਪਰਪਜ਼ ਕੀ ਹੁੰਦਾ ਹੈ, ਅਤੇ ਇਸ ਦੇ ਨਾਲ ਅਸੀਂ ਕੀ ਆਈਡੈਂਟੀਫਾਈ ਕਰ ਪਾਉਣੀ ਹੈਗੀ। ਸੋ ਪਹਿਲਾ ਹੈ ਦ ਜਨਰਲ ਏਰੀਆ ਆਫ ਵੀਕਨੈਸ ਇਨ ਦ ਕਲਾਸ ਪਰਫਾਰਮੈਂਸ, दूसरा है जी स्पेसिफिक नेचर ऑफ द रेमेडियली प्रोग्राम नीडेड, और दूसरा है द काजेज अंडरलिंग एकेडमिक डिफिकल्टीज, ਅਤੇ ਆਪਸ਼ਨ 4 ਹੈ ਜੀ द स्पेसिफिक नेचर ऑफ द पीपल डिफिकल्टीज। द मेजर पर्पज ऑफ डायग्नोस्टिक टेस्ट इज द दैट ऑफ आइडेंटिफाई। डायग्नोस्टिक टैसट ਜਿਹੜਾ ਹੈ ਉਹ ਕਿਹੜੀ ਚੀਜ਼ ਨੂੰ ਜਿਹੜਾ ਹੈ ਆਈਡੈਂਟੀਫਾਈ ਕਰਦਾ ਹੈ। द जनरल एरिया ऑफ वीकनेस इन द क्लास परफॉर्मेंस, ਪਹਿਲਾਂ ਇੱਥੇ ਦੱਸਿਆ ਗਿਆ ਹੈ ਕਿ ਵੀਕਨੈਸ ਜਿਹੜੀ ਹੈ ਉਹਦੇ ਬਾਰੇ ਜਾਣਕਾਰੀ ਹਾਸਲ ਕਰਦਾ ਹੈ ਜਿਹੜੀ ਕਿ ਇੱਕ ਕਲਾਸ ਪਰਫਾਰਮੈਂਸ ਦੇ ਦੌਰਾਨ ਹੁੰਦੀ ਹੈ ਬੱਚੇ ਦੀ। ਦੂਸਰਾ ਹੈ ਸਪੈਸੀਫਿਕ ਨੇਚਰ ਆਫ ਦਾ ਰਿਮੀਡੀਅਲ ਪ੍ਰੋਗਰਾਮ ਨੀਡਡ। ਠੀਕ ਹੈ, ਇੱਕ ਖਾਸ ਨੇਚਰ ਦੀ ਗੱਲ ਕੀਤੀ ਗਈ ਹੈ, ਰਿਮੀਡੀਅਲ ਪ੍ਰੋਗਰਾਮ ਹੈ ਜਿਹੜੀ ਕਿ ਜ਼ਰੂਰਤ ਹੈ ਉਸ ਦੀ ਗੱਲ ਕੀਤੀ ਹੈ। ਤੀਸਰਾ ਹੈ ਦ ਕਾਜ਼ਜ਼ ਅੰਡਰਲਾਈਂਗ ਅਕੈਡਮਿਕ ਡਿਫੀਕਲਟੀਜ਼। ਸੋ ਇੱਥੇ ਗੱਲ ਕੀਤੀ ਜਾਊਗੀ ਅਕੈਡਮਿਕ ਡਿਫੀਕਲਟੀਜ਼ ਜਿਹੜੀਆਂ ਆ ਰਹੀਆਂ ਨੇ ਬੱਚੇ ਨੂੰ ਉਹ ਨੋਟ ਕੀਤਾ ਜਾਊਗਾ। ਜਾਂ ਫਿਰ ਤੀਸਰਾ ਕਿ ਸਪੈਸੀਫਿਕ ਨੇਚਰ ਆਫ ਦਾ ਪੀਪਲ ਡਿਫੀਕਲਟੀਜ਼, ਕਿ ਬੱਚੇ ਦੀਆਂ ਜਿਹੜੀਆਂ ਮੁਸੀਬਤਾਂ ਨੇ ਉਸ ਨੂੰ ਜਿਹੜਾ ਸਮਝਣ ਦੀ ਕੋਸ਼ਿਸ਼ ਕੀਤੀ ਜਾਊਗੀ ਸਪੈਸੀਫਿਕ। ਸੋ ਇਹਦਾ ਰਾਈਟ ਆਂਸਰ ਕੀ ਹੈ, ਸੀ ਆਂਸਰ। ਇਹਦਾ ਰਾਈਟ ਆਂਸਰ ਕੀ ਹੈ, ਸੀ। ਠੀਕ ਹੈ, ਜਿਹੜੀ ਡਾਇਗਨੋਸਟਿਕ ਟੈਸਟ ਹੈ ਇਹ ਆਈਡੈਂਟੀਫਾਈ ਕਰਦੀ ਹੈ ਕਿ ਬੱਚੇ ਦੀ ਬੈਕਗਰਾਊਂਡ ਕਿਹੋ ਜਿਹੀ ਹੈ, ਕਿਸ ਤਰੀਕੇ ਦੀ ਹੈ। ਠੀਕ ਹੈ, ਔਰ ਉਹਦੇ ਕਾਰਨ ਕੀ ਰਹੇ ਹੈਗੇ ਨੇਗੇ, ਕਿਉਂ ਜਾਣੇ ਜਾਂਦੇ ਨੇਗੇ, ਕਿਉਂਕਿ ਇਹ ਸਕੂਲ ਦੇ ਵਿੱਚ ਹੈ, ਟੈਸਟ ਦੀ ਗੱਲ ਹੋ ਰਹੀ ਹੈ ਮੇਨ, ਕਿ ਬੱਚੇ ਜਿਹੜਾ ਹੈ ਪੜ੍ਹਾਈ ਦੇ ਵਿੱਚ ਪਿੱਛੇ ਕਿਉਂ ਹੈ, ਕੀ ਕਾਰਨ ਹੈ। ਠੀਕ ਹੈ, ਤਾਂ ਉਸ ਨੂੰ ਸਮਝਣ ਦੇ ਲਈ ਡਾਇਗਨੋਸਟਿਕ ਟੈਸਟ ਜਿਹੜਾ ਹੈ ਉਹ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਕਰਕੇ ਦ ਕਾਜ਼ਜ਼ ਅੰਡਰਲਾਈਂਗ ਐਕੈਡਮਿਕ ਡਿਫੀਕਲਟੀਜ਼, ਜਿਹੜੀਆਂ ਕਿ ਬੱਚੇ ਨੂੰ ਐਕੈਡਮਿਕ ਪੜ੍ਹਨ ਦੇ ਦੌਰਾਨ ਸਮੱਸਿਆਵਾਂ ਆ ਰਹੀਆਂ ਨੇ, ਐਕੈਡਮਿਕ ਮਤਲਬ ਸਕੂਲ ਕਾਲਜ ਜੋ ਵੀ ਹੈ ਨਾ ਹੈ, ਉਸ ਦੇ ਦੌਰਾਨ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਦਾ ਕਾਰਨ ਕੀ ਹੈ, ਉਹਦੀ ਬੈਕਗਰਾਊਂਡ ਜਾਣਨਾ, ਉਹਨੂੰ ਹੱਲ ਕਰਨਾ, ਇਹ ਹੁੰਦਾ ਹੈ ਡਾਇਗਨੋਸਟਿਕ। ਓਕੇ, ਨੈਕਸਟ ਹੈ ਜੀ 16 ਨੰਬਰ, ਸਪੈਸ਼ਲ ਐਜੂਕੇਸ਼ਨ ਇਜ਼ ਰਿਲੇਟਡ ਟੂ। ਸਪੈਸ਼ਲ ਐਜੂਕੇਸ਼ਨ ਜਿਹੜੀ ਹੈ ਉਹ ਕਿਸ ਦੇ ਨਾਲ ਰਿਲੇਟਡ ਹੈ, ਐਜੂਕੇਸ਼ਨਲ ਫॉर ਟੈਲੈਂਟਡ ਸਟੂਡੈਂਟ। ਦੂਸਰਾ ਆਪਸ਼ਨ ਹੈ ਐਜੂਕੇਸ਼ਨਲ ਪ੍ਰੋਗਰਾਮ ਫॉर डिसेबल। ਆਪਸ਼ਨ 3 ਹੈ ट्रेनिंग प्रोग्राम फॉर टीचर, और ਆਪਸ਼ਨ 4 ਹੈ ट्रेनिंग प्रोग्राम फॉर ਰੀਟ੍ਰੇਡਡ। ਸਪੈਸ਼ਲ ਐਜੂਕੇਸ਼ਨ ਦਾ ਜਿਹੜਾ ਪ੍ਰੋਗਰਾਮ ਚਲਾਇਆ ਗਿਆ ਹੈ ਭਾਰਤ ਦੇ ਵਿੱਚ ਉਹ ਕੁਝ ਖਾਸ ਬੱਚਿਆਂ ਦੇ ਲਈ ਚਲਾਇਆ ਗਿਆ ਹੈਗਾ। ਖਾਸ ਬੱਚੇ ਕਿਹੜੇ ਹੈਗੇ ਨੇ, ਜਿਹੜੇ ਬੱਚੇ ਦੇਖ ਨਹੀਂ ਸਕਦੇ, ਜਿਹੜੇ ਬੱਚੇ ਸੁਣ ਨਹੀਂ ਸਕਦੇ, ਜਿਹੜੇ ਬੱਚੇ ਲਿਖ ਨਹੀਂ ਸਕਦੇ ਹੈਗੇ, ਜਿਹੜੇ ਬੱਚੇ ਕਿਸੇ ਤਰੀਕੇ ਦੇ ਨਾਲ ਕਹਿ ਸਕਦੇ ਬੋਲ ਨਹੀਂ ਸਕਦੇ, ਉਹ ਸਾਰੇ ਡਿਸੇਬਲ ਹੈਗੇ ਨੇਗੇ।
ਕਮੀ ਉਹਨਾਂ ਦੇ ਵਿੱਚ ਜਾਂ ਦੇਖਣ ਦੀ ਹੈ ਜਾਂ ਸੁਣਨ ਦੀ ਹੈ ਜਾਂ ਬੋਲਣ ਦੀ ਹੈ, ਉਹਨਾਂ ਦੇ ਲਈ ਸਪੈਸ਼ਲ ਐਜੂਕੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ। ਸਪੈਸ਼ਲ ਸਕੂਲ, ਸਪੈਸ਼ਲ ਟੀਚਰ ਦਾ ਜਿਹੜਾ ਪ੍ਰਬੰਧ ਹੈ ਉਹ ਇਹਨਾਂ ਦੇ ਅਧੀਨ ਕੀਤਾ ਗਿਆ ਸੀਗਾ। ਠੀਕ ਹੈ ਜੀ। ਸੋ ਇਸ ਕਰਕੇ ਯਾਦ ਰੱਖਣਾ ਸਪੈਸ਼ਲ ਐਜੂਕੇਸ਼ਨ ਸੰਬੰਧਿਤ ਹੈ ਡਿਸੇਬਲ ਦੇ ਨਾਲ। ਇਹ ਵੈਰੀ ਵੈਰੀ ਇੰਪੋਰਟੈਂਟ ਹੈ, ਇਹ ਅਕਸਰ ਜਿਹੜਾ ਰਿਪੀਟ ਹੁੰਦਾ ਹੈ ਕੁਐਸਚਨ। ਨੈਕਸਟ ਹੈ ਜੀ 17 ਨੰਬਰ, ਇਨ CCC ਕੰਪ੍ਰੈਸਿਵ ਕੰਟੀਨਿਊ ਐਵੈਲੂਏਸ਼ਨ ਫਾਰਮੇਟਿਵ ਐਂਡ ਸਮੇਟਿਵ ਅਸੈਸਮੈਂਟ ਟੋਟਲਸ। ਸੋ ਆਪਸ਼ਨ ਇੱਕ ਹੈ ਕਿੰਨੇ ਪਰਸੈਂਟ ਜਿਹੜਾ ਹੈ ਫਾਰਮੇਟਿਵ ਹੁੰਦੀ ਹੈ, ਕਿੰਨੀ ਸਮੇਟਿਵ ਹੁੰਦੀ ਹੈ ਟੋਟਲ ਦੇ ਵਿੱਚ। ਕੰਟੀਨਿਊ ਕੰਪ੍ਰੈਸਿਵ ਐਵੈਲੂਏਸ਼ਨ, ਠੀਕ ਹੈ, CC ਦਾ ਮਤਲਬ ਹੈ 40% ਫਾਰਮੇਟਿਵ ਹੁੰਦੀ ਹੈ, 40% ਜਿਹੜਾ ਹੈ ਸਮੇਟਿਵ ਅਸੈਸਮੈਂਟ ਹੁੰਦੀ ਹੈ, ਜਿੱਥੋਂ ਟੋਟਲ ਜਿਹੜੇ ਨੰਬਰ ਬਣਾਏ ਜਾਂਦੇ ਨੇ। ਜਾਂ ਫਿਰ 60% ਫਾਰਮੇਟ ਅਤੇ 40% ਸਮੇਟਿਵ, ਜਾਂ ਫਿਰ 50% ਫਾਰਮੇਟ ਅਤੇ 50% ਹੀ ਸਮੇਟਿਵ, ਜਾਂ ਫਿਰ ਨਨ ਆਫ ਦੀ ਵਿੱਚ, ਕਿ ਕੋਈ ਵੀ ਨਹੀਂ ਇਹਨਾਂ ਦੇ ਵਿੱਚੋਂ। ਜੇਕਰ ਕੰਟੀਨਿਊ ਕੰਪ੍ਰੈਸਿਵ ਐਵੈਲੂਏਸ਼ਨ ਨੂੰ ਪੂਰਾ ਕਰਨਾ ਹੋਵੇ ਤਾਂ ਇਹ ਦੋਨੋਂ ਹੀ ਯੋਗਦਾਨ ਪਾਉਂਦੇ ਨੇ, ਇੱਕ ਫਾਰਮੇਟਿਵ ਇੱਕ ਸਮੇਟਿਵ। ਠੀਕ ਹੈ, ਇਹ ਦੋਨਾਂ ਤੋਂ ਮਿਲ ਕੇ ਜਿਹੜਾ ਹੈ ਟੋਟਲ ਐਵੈਲੂਏਸ਼ਨ ਕੀਤੀ ਜਾਂਦੀ ਹੈ ਬੱਚੇ ਦੀ, ਅਤੇ ਦੋਨਾਂ ਦਾ ਯੋਗਦਾਨ ਕਿੰਨਾ ਹੈਗਾ ਗਾ 40% ਜਿਹੜੀ ਹੈ ਉਹ ਫਾਰਮੇਟਿਵ ਹੁੰਦੀ ਹੈ ਅਤੇ 60% ਜਿਹੜੀ ਹੈ ਉਹ ਸਮੇਟਿਵ ਹੁੰਦੀ ਹੈ। ਤਾਂ ਦੋਨਾਂ ਤੋਂ ਮਿਲਾ ਕੇ ਜਿਹੜਾ ਹੈ ਬਣਾਇਆ ਜਾਂਦਾ ਹੈ ਕੰਟੀਨਿਊ ਕੰਪ੍ਰੈਸਿਵ ਐਵੈਲੂਏਸ਼ਨ, ਟੋਟਲ ਜਿਹੜਾ ਕਹਿ ਸਕਦੇ ਹਾਂਗੇ ਐਵੈਲੂਏਸ਼ਨ ਬੱਚੇ ਦਾ। ਨੈਕਸਟ ਹੈ 18 ਨੰਬਰ, ਫਰੋਬਲ's most important contribution to education was his development of the। ਫਰੋਬਲ ਦੇ ਦੁਆਰਾ ਕਿਹੜਾ ਕਹਿ ਸਕਦੇ ਹਨ ਡਿਵੈਲਪਮੈਂਟ ਪ੍ਰੋਗਰਾਮ ਚਲਾਇਆ ਗਿਆ ਜਿਹੜਾ ਐਜੂਕੇਸ਼ਨ ਦੇ ਨਾਲ ਸੰਬੰਧਿਤ ਹੈ, ਐਜੂਕੇਸ਼ਨ ਦੇ ਵਿੱਚ ਰੋਲ ਅਦਾ ਕਰਦਾ ਹੈ। ਸੋ ਇਹ ਹੈ ਵੋਕੇਸ਼ਨਲ ਸਕੂਲ, ਜਾਂ ਫਿਰ ਕਿੰਡਰਗਾਰਟਨ, ਜਾਂ ਫਿਰ ਪਬਲਿਕ ਸਕੂਲ, ਜਾਂ ਫਿਰ ਲੈਟਿਨ ਸਕੂਲ। ਤਾਂ ਫੋਰਬਲ ਦੇ ਦੁਆਰਾ ਇੱਕ ਸਕੂਲ ਜਿਹੜਾ ਸਿਸਟਮ ਚਲਾਇਆ ਗਿਆ ਸੀਗਾ, ਠੀਕ ਹੈ, ਉਹ ਸੀਗਾ ਕਿੰਡਰਗਾਰਟਨ। ਠੀਕ ਹੈ, ਜੋ ਸਕੂਲ ਚੱਲੇ ਹੈਗੇ ਨੇ। ਸੋ ਇਹਦੀ ਸ਼ੁਰੂਆਤ ਕੀਤੀ ਹੈ ਫਰੋਬਲ ਨੇ। ਠੀਕ ਹੈ, ਇਸ ਕਰਕੇ ਇਸਨੇ ਸਿੱਖਿਆ ਦੇ ਵਿੱਚ ਯੋਗਦਾਨ ਪਾਇਆ ਹੈ ਕਿੰਡਰਗਾਰਟਨ ਜਿਹੜੇ ਸਕੂਲ ਨੇ ਉਹਨਾਂ ਦੀ ਸ਼ੁਰੂਆਤ ਕਰਕੇ। ਤਾਂ ਵੀ ਆਨਸਰ ਰਾਈਟ ਹੈ। ਨੈਕਸਟ ਹੈ 19 ਨੰਬਰ, ਵਿਚ ਆਰਟੀਕਲ enjoins that all minorities with whether based on religion or language shall have the right to establish and administrate education institution of their choice। ਸੋ ਜਿਹੜੇ ਘੱਟ ਗਿਣਤੀਆਂ ਦੇ ਲੋਕ ਨੇ ਉਹ ਆਪਣੇ ਧਰਮ ਦੇ ਆਧਾਰ 'ਤੇ, ਲੈਂਗੁਏਜ ਦੇ ਆਧਾਰ 'ਤੇ ਆਪਣੇ ਜਿਹੜੇ ਸਕੂਲ ਨੇਗੇ, ਠੀਕ ਹੈ, ਜਿਹੜੇ ਆਪਣੇ ਐਜੂਕੇਸ਼ਨ ਇੰਸਟੀਟਿਊਸ਼ਨ ਨੇਗੇ ਉਹ ਇਸਟੈਬਲਿਸ਼ ਕਰ ਸਕਦੇ ਨੇ। ਇਹ ਕਿਹੜੇ ਆਰਟੀਕਲ ਦੇ ਵਿੱਚ ਵਰਣਨ ਹੈ? ਆਪਸ਼ਨ ਇੱਕ ਹੈ ਆਰਟੀਕਲ 29(1), ਆਪਸ਼ਨ 2 ਹੈ ਆਰਟੀਕਲ 29(2), ਆਪਸ਼ਨ 3 ਹੈ ਆਰਟੀਕਲ 30(1) ਅਤੇ ਆਪਸ਼ਨ 4 ਹੈ ਆਰਟੀਕਲ 30 ਧਾਰਾ 2। ਵੈਰੀ ਵੈਰੀ ਇੰਪੋਰਟੈਂਟ ਹੈ। ਤਾਂ ਕੋਈ ਵੀ ਘੱਟ ਗਿਣਤੀ ਦੇ ਲੋਕ ਜਿਹੜੇ ਹੈਗੇ ਨੇਗੇ ਉਹ ਆਪਣੀ ਰਿਲੀਜਨ ਨੂੰ ਲੈ ਕੇ ਜਾਂ ਲੈਂਗੁਏਜ ਨੂੰ ਲੈ ਕੇ ਆਪਣੇ ਸਕੂਲ ਜਾਂ ਕਾਲਜ ਜਿਹੜੇ ਹੈ ਉਹ ਇਸਟੈਬਲਿਸ਼ ਕਰ ਸਕਦੇ ਨੇਗੇ। ਠੀਕ ਹੈ, ਅਤੇ ਇਹ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਹੈ ਜੀ ਆਰਟੀਕਲ 30 ਧਾਰਾ 1 ਦੇ ਵਿੱਚ। ਠੀਕ ਹੈ, ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਮਿਲਦੇ ਉਹ ਇਸੇ ਦੇ ਹੀ ਰਿਜ਼ਲਟ ਹੈ। ਨੈਕਸਟ ਹੈ ਇਫ ਏ ਚਾਈਲਡ ਰਾਈਟ 16 as 61 and gets confused between B and D, this is the case of। ਸੋ ਇੱਕ ਬੱਚਾ ਹੈ ਜਿਹੜਾ 16 ਨੂੰ 61 ਲਿਖਦਾ ਹੈ ਅਤੇ ਕਨਫਿਊਜ਼ ਹੈ ਕਿ B ਅਤੇ D, B ਹੈ ਜਾਂ D ਹੈ, ਇਹਨੂੰ ਉਹ ਪਤਾ ਨਹੀਂ ਲੱਗਦਾ ਹੈਗਾ ਗਾ। ਸੋ ਇਹ ਕਿਹੜਾ ਕੇਸ ਹੈ? ਵਿਜ਼ੂਅਲ ਇੰਪੇਅਰਮੈਂਟ ਹੈ, ਜਾਂ ਲਰਨਿੰਗ ਡਿਸੇਬਿਲਿਟੀ ਹੈ, ਜਾਂ ਮੈਂਟਲ ਇੰਪੇਅਰਮੈਂਟ ਹੈ, ਜਾਂ ਫਿਰ ਉਹ ਮੈਂਟਲ ਰੀਟਾਰਡੇਸ਼ਨ। ਓਕੇ, ਸੋ ਇੰਗਲਿਸ਼ ਪਲੀਜ਼ ਐਡਜਸਟ ਕਰ ਲਿਓ ਥੋੜ੍ਹੀ ਬਹੁਤੀ, ਬਟ ਤੁਹਾਡੇ ਕੋਲ ਮਟੀਰੀਅਲ ਪਹੁੰਚਣਾ ਜ਼ਰੂਰੀ ਹੈ, ਪੰਜਾਬੀ 'ਚ ਮੈਂ ਕਰ ਲੈਣਾ ਹੁਣ। ਓਕੇ, ਤਾਂ ਇੱਥੇ ਗੱਲ ਕੀਤੀ ਗਈ ਹੈ ਕਿ ਬੱਚਾ ਜਿਹੜਾ ਹੈ 16 ਨੂੰ 61 ਲਿਖਦਾ ਹੈ ਅਤੇ ਕਨਫਿਊਜ਼ ਹੁੰਦਾ ਹੈ B ਐਂਡ D ਦੇ ਵਿੱਚ। ਇਹ ਕਿਹੜਾ ਕੇਸ ਹੈ, ਕਿਹਦੇ ਨਾਲ ਸੰਬੰਧਿਤ ਹੈ? ਤਾਂ ਇਹਦਾ ਮੇਨ ਕਾਰਨ ਹੈ ਲਰਨਿੰਗ ਡਿਸੇਬਿਲਿਟੀ। ਲਰਨਿੰਗ ਡਿਸੇਬਿਲਿਟੀ ਵਿਜ਼ੂਅਲ ਦੇ ਵਿੱਚ ਮਤਲਬ ਉਹ ਦੇਖ ਨਹੀਂ ਸਕਦਾ, ਪਤਾ ਹੀ ਨਹੀਂ ਉਹਨੂੰ ਵੀ ਕੀ ਹੈ, ਫਿਰ ਉਹ ਲਿਖੂਗਾ ਵੀ ਕਿੱਥੋਂ। ਠੀਕ ਹੈ, ਮੈਂਟਲੀ ਹੈ ਤਾਂ ਉਹਨੂੰ ਕੁਛ ਵੀ ਨਹੀਂ ਪਤਾ, ਕਿਸੇ ਤਰੀਕੇ ਦੇ ਨਾਲ ਵੀ ਉਹਦੇ ਵਿੱਚ ਹੋ ਨਹੀਂ ਸਕਦਾ ਹੈ ਨਾ। ਮੈਂਟਲੀ ਰਿਟਰੈਕਸ਼ਨ ਹੈ, ਉਹਦੇ ਵਿੱਚ ਦੁਬਾਰਾ ਤੋਂ ਜਿਹੜੀ ਹੈ ਨਾ ਰਿਪੀਟਡ ਹੁੰਦੀ ਹੈ, ਉਹ ਚੀਜ਼ ਆ ਜਾਂਦੀ ਹੈ। ਬਟ ਲਰਨਿੰਗ ਡਿਸੇਬਿਲਿਟੀ ਹੈ, ਉਹ ਪੜ੍ਹ ਹੀ ਨਹੀਂ ਪਾਇਆ ਵੀ ਇਹ 16 ਜਾਂ 61 ਹੈ, ਉਹਨੇ ਤਾਂ ਲੱਗਿਆ ਕਿ 16 ਉਹਨੇ 61 ਲਿਖਤਾ, ਬਸ ਉਹਨੂੰ ਪਤਾ ਹੀ ਨਹੀਂ ਲੱਗਿਆ। ਠੀਕ ਹੈ, ਇਸ ਕਰਕੇ ਉਹਨੇ ਉਹ ਲਿਖਤਾ। ਬਟ B ਔਰ D ਜਿਹੜਾ ਹੈ ਉਹ ਵੀ ਉਸੇ ਤਰੀਕੇ ਨਾਲ, ਉਹਨੂੰ ਵੀ ਇਹ ਪਤਾ ਹੀ ਨਹੀਂ ਲੱਗਾ, ਲਰਨਿੰਗ ਦੀ ਹੀ ਪ੍ਰੋਬਲਮ ਸੀਗੀ ਉਹਨੂੰ, ਇਸ ਕਰਕੇ ਉਹਨੇ B ਨੂੰ D ਲਿਖ ਦਿੱਤਾ, ਉਹਨੂੰ ਕਨਫਿਊਜ਼ ਇਸ ਦੇ ਵਿੱਚ। ਠੀਕ ਹੈ, ਅਤੇ ਇਹ ਕੇਸ ਕਿਸ ਨਾਲ ਸੰਬੰਧ ਹੈ? ਲਰਨਿੰਗ ਡਿਸੇਬਿਲਿਟੀ ਦੇ ਨਾਲ। ਠੀਕ ਹੈ ਜੀ, ਇਹ ਸੀਗੇ ਸਾਡੇ ਅੱਜ ਦੇ MCQ। ਸੋ ਜਿਹੜਾ ਸਾਈਕੋ ਦਾ ਥੋੜ੍ਹਾ ਸੀਜ਼ਨ ਉਹ ਜ਼ਿਆਦਾ ਵੱਡਾ ਹੋ ਜਾਂਦਾ ਹੈ ਕਿਉਂਕਿ ਨਾਲ ਐਕਸਪਲੇਨੇਸ਼ਨ ਵੀ ਹੁੰਦੀ ਹੈ। ਸੋ ਉਮੀਦ ਕਰਦਾ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮੱਚ।